ਜਿਹੜੇ ਲੋਕ ਵਾਲ ਝੜਨ ਦੀ ਸਮੱਸਿਆ ਤੋਂ ਪਰੇਸ਼ਾਨ ਨੇ ਹੁਣ ਉਹਨਾਂ ਨੂੰ ਪਰੇਸ਼ਾਨ ਹੋਣ ਦੀ ਕੋਈ ਲੋੜ ਨਹੀਂ ਕਿਉਂਕਿ ਇਸ ਦਾ ਪਰਮਾਨੈਂਟ ਸੋਲੂਸ਼ਨ ਹੈ ਹੇਅਰ ਟ੍ਰਾਂਸਪਲਾਂਟ। ਇਸ ਦੀ ਜ਼ਿਆਦਾ ਜਾਣਕਾਰੀ ਦੇ ਲਈ ਹੁਣ ਅਸੀਂ ਗੱਲ ਕਰਨ ਜਾ ਰਹੇ ਹਾਂ ਡਾਕਟਰ ਦਿਵਾਕਰ ਗਰਗ ਜੀ ਦੇ ਨਾਲ। ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਸਾਨੂੰ ਇਹ ਦੱਸੋ ਵੀ ਹੇਅਰ ਟ੍ਰਾਂਸਪਲਾਂਟ ਟੈਕਨੀਕ ਕੀ ਹੈ? ਹੇਅਰ ਟ੍ਰਾਂਸਪਲਾਂਟ ਇੱਕ ਗੰਜੇਪਨ ਨੂੰ ਦੂਰ ਕਰਨ ਦੀ ਅੱਜ ਕੱਲ੍ਹ ਦੀ ਸਭ ਤੋਂ ਲੇਟੈਸਟ ਟੈਕਨੀਕ ਹੈ। ਇਸ ਦੇ ਵਿੱਚ ਪੇਸ਼ੈਂਟ ਦੇ ਖੁਦ ਦੇ ਬਾਲ ਅਸੀਂ ਯੂਜ਼ ਕਰਨੇ ਹੁੰਦੇ ਹਨ। ਸਾਡੇ ਕੋਲ ਕੋਈ ਦੂਸਰੀ ਜਗ੍ਹਾ ਤੋਂ ਬਾਲ ਨਹੀਂ ਲੈਣਾ ਹੁੰਦਾ, ਕੋਈ ਸਿੰਥੈਟਿਕ ਬਾਲ ਨਹੀਂ ਲੈਣੇ ਹੁੰਦੇ, ਕਿਸੇ ਹੋਰ ਬੰਦੇ ਦੇ ਬਾਲ ਨਹੀਂ ਲੈਣੇ, ਬਲਕਿ ਪੇਸ਼ੈਂਟ ਦੇ ਖੁਦ ਹੀ ਬਾਲ ਯੂਜ਼ ਕਰਨੇ ਹੁੰਦੇ ਹਨ। ਉਹ ਜ਼ਿਆਦਾ ਬਾਲ ਸਾਨੂੰ ਪਿੱਛੇ ਸਾਈਡਾਂ ਤੋਂ ਮਿਲ ਜਾਂਦੇ ਨੇ ਅਤੇ ਇਹਨਾਂ ਦੀਆਂ ਜੜ੍ਹਾਂ ਕੱਢ ਕੇ ਅਸੀਂ ਗੰਜੇਪਨ ਦੀ ਜਗ੍ਹਾ 'ਤੇ ਲਗਾ ਦਿੰਦੇ ਹਨ। ਤਾਂ ਇਸੇ ਨੂੰ ਹੇਅਰ ਟ੍ਰਾਂਸਪਲਾਂਟ ਕਹਿੰਦੇ ਨੇ ਅਤੇ ਇਸ ਦਾ ਨਾਮ ਹੈ ਫੋਲੀਕਲ ਯੂਨਿਟ ਐਕਸਟ੍ਰੈਕਸ਼ਨ FUE ਟੈਕਨੀਕ। ਡਾਕਟਰ ਸਾਹਿਬ, ਇਹ ਜਿਹੜਾ ਹੇਅਰ ਟ੍ਰਾਂਸਪਲਾਂਟ ਹੈ ਤੁਸੀਂ ਕਿੰਨੇ ਟਾਈਮ ਤੋਂ ਕਰਦੇ ਆ ਰਹੇ ਹੋ? ਅਸੀਂ ਹੇਅਰ ਟ੍ਰਾਂਸਪਲਾਂਟ 2013 ਜਨਵਰੀ 2013 ਦੇ ਵਿੱਚ ਸ਼ੁਰੂ ਕੀਤਾ ਸੀ ਅਤੇ ਹੁਣ ਘੱਟੋ ਘੱਟ 7-8 ਸਾਲ ਹੋਣ ਵਾਲੇ ਨੇ ਇਸ ਨੂੰ। ਜੀ ਡਾਕਟਰ ਸਾਹਿਬ, ਜਿਵੇਂ ਕਈ ਜਗ੍ਹਾ ਤੇ ਪਾਣੀ ਖਾਰਾ ਹੋ ਚੁੱਕਿਆ ਹੈ, ਖਾਰੇ ਪਾਣੀ ਨਾਲ ਨਹਾਣ ਕਰਕੇ, ਜਾਂ ਕਈ ਜਗ੍ਹਾਵਾਂ ਤੇ ਧੂਲ ਮਿੱਟੀ ਬਹੁਤ ਉੱਡਦੀ ਹੈ, ਸਾਡੇ ਸਿਰ ਦੇ ਵਿੱਚ ਧੂਲ ਮਿੱਟੀ ਪੈਂਦੀ ਹੈ ਵਾਲਾਂ ਦੇ ਵਿੱਚ, ਇਸ ਕਰਕੇ ਵੀ ਵਾਲ ਝੜਦੇ ਨੇ? ਜਾਂ ਅਗਰ ਆਪਾਂ ਗੱਲ ਕਰੀਏ ਤਾਂ ਇਹ ਜਿਹੜੀ ਪ੍ਰੋਬਲਮ ਹੈ ਮੇਲਸ ਦੇ ਵਿੱਚ ਜ਼ਿਆਦਾ ਹੁੰਦੀ ਹੈ, ਕੀ ਇਹ ਫੀਮੇਲਸ ਦੇ ਵਿੱਚ ਵੀ ਵਾਲ ਝੜਨ ਦੀ ਪ੍ਰੋਬਲਮ ਹੁੰਦੀ ਹੈ? ਬਹੁਤ ਅੱਛਾ ਕੁਐਸਚਨ ਪੁੱਛਿਆ ਤੁਸੀਂ। ਸਭ ਤੋਂ ਪਹਿਲਾਂ ਤਾਂ ਜਦੋਂ ਵੀ ਕੋਈ ਸਾਡੇ ਕੋਲ ਟ੍ਰਾਂਸਪਲਾਂਟ ਲਈ ਆਉਂਦਾ ਹੈ ਉਹ ਜ਼ਿਆਦਾ 99.999% ਮੇਲ ਹੀ ਹੁੰਦਾ ਹੈ ਅਤੇ ਇਹ ਪ੍ਰੋਬਲਮ ਮੇਲਸ ਦੇ ਵਿੱਚ ਹੀ ਹੁੰਦੀ ਹੈ। ਤਾਂ ਤੁਸੀਂ ਦੇਖੋਗੇ ਹਮੇਸ਼ਾ ਜਿਹੜੀ ਬਾਲਨੈਸ ਹੈ ਉਹ ਹਮੇਸ਼ਾ ਮੇਲਸ ਵਿੱਚ ਹੀ ਦਿਖੇਗੀ ਅਤੇ ਤੁਸੀਂ ਦੇਖੋਗੇ ਇਹ ਪ੍ਰੋਬਲਮ ਹਮੇਸ਼ਾ ਇਸ ਜਗ੍ਹਾ 'ਤੇ ਆਏਗੀ। ਆਹ ਵਾਲੀ ਏਰੀਆ ਜਿਹੜਾ ਹੈ ਪਿੱਛੋਂ ਸਾਈਡਾਂ ਤੋਂ ਤੁਸੀਂ ਹਮੇਸ਼ਾ ਦੇਖੋਗੇ, ਚਾਹੇ ਬੰਦੇ ਦੀ ਏਜ 70, 75, 80, 90 ਤੱਕ ਪਹੁੰਚ ਗਿਆ, ਪਰ ਇੱਥੇ ਤੁਸੀਂ ਦੇਖੋਗੇ ਉਹਦੇ ਹਮੇਸ਼ਾ ਬਾਲ ਹੋਣਗੇ, ਹਮੇਸ਼ਾ ਇਸ ਜਗ੍ਹਾ 'ਤੇ ਬਾਲ ਘੱਟ ਹੋਣਗੇ ਜਾਂ ਖਤਮ ਹੋ ਚੁੱਕੇ ਹੋਣਗੇ। ਇਹ ਪ੍ਰੋਬਲਮ ਇੱਥੋਂ ਸਟਾਰਟ ਹੁੰਦੀ ਹੈ ਫਰੰਟ ਤੋਂ। ਇਹਨੂੰ ਕਹਿੰਦੇ ਨੇ ਮੇਲ ਪੈਟਰਨ ਹੇਅਰ ਲਾਸ। ਜਿਹਨੂੰ ਵੀ ਬਾਲਨੈਸ ਦੀ ਪ੍ਰੋਬਲਮ ਹੈ, ਮੇਰੀ ਗੱਲ ਧਿਆਨ ਨਾਲ ਸੁਣੋ ਕਿ ਇਹ ਕਿੱਥੋਂ ਸਟਾਰਟ ਹੁੰਦੀ ਹੈ। ਇਹ ਇੱਥੋਂ ਸਟਾਰਟ ਹੁੰਦੀ ਹੈ, ਕੋਨਿਆਂ ਤੋਂ ਸਟਾਰਟ ਹੁੰਦੀ ਹੈ, ਫਿਰ ਹੌਲੀ ਹੌਲੀ ਇਹ ਤੁਹਾਡੇ ਕੋਨੇ ਇੱਥੇ ਪਿੱਛੇ ਤੱਕ ਚਲੇ ਜਾਂਦੇ ਨੇ, ਫਿਰ ਇੱਥੋਂ ਗੰਜ ਪੈਣਾ ਸ਼ੁਰੂ ਹੁੰਦਾ ਹੈ ਅਤੇ ਹੌਲੀ ਹੌਲੀ ਸਾਰਾ ਗੰਜ ਪੈ ਸਕਦਾ ਹੈ। ਤਾਂ ਹੁਣ ਇਹਦਾ ਇਲਾਜ ਕੀ ਹੈ? ਇਹ ਹੁੰਦਾ ਕਿਉਂ ਹੈ? ਹਮੇਸ਼ਾ ਮੇਲਸ 'ਚ ਹੀ ਕਿਉਂ ਹੁੰਦਾ ਹੈ? ਲੋਕ ਕਹਿੰਦੇ ਨੇ ਕਿ ਸਰ ਇਹ ਮੇਰੇ ਘਰ ਦਾ ਪਾਣੀ ਠੀਕ ਨਹੀਂ ਹੈ, ਅਸੀਂ ਸ਼ਹਿਰ ਚੇਂਜ ਕਰ ਲਿਆ ਸੀ, ਉਦੋਂ ਬਾਅਦ ਮੇਰੇ ਬਾਲ ਝੜਨੇ ਸ਼ੁਰੂ ਹੋ ਗਏ, ਮੈਂ ਜਦੋਂ ਦਾ ਫੋਰਨ ਕੰਟਰੀ 'ਚ ਗਿਆ ਉਦੋਂ ਬਾਅਦ ਮੇਰੇ ਬਾਲ ਝੜਨੇ ਸ਼ੁਰੂ ਹੋ ਗਏ, ਮੈਂ ਰੀਬੌਂਡਿੰਗ ਕਰਾ ਲਈ ਸੀ, ਮੇਰੇ ਫਿਰ ਬਾਲ ਝੜਨੇ ਸ਼ੁਰੂ ਹੋ ਗਏ, ਮੈਨੂੰ ਟਾਈਫਾਇਡ ਹੋ ਗਿਆ ਸੀ, ਉਸ ਤੋਂ ਬਾਅਦ ਮੇਰੇ ਬਾਲ ਝੜਨੇ ਸ਼ੁਰੂ ਹੋ ਗਏ, ਸਾਡੇ ਉੱਥੇ ਧੂਲ ਮਿੱਟੀ ਬਹੁਤ ਜ਼ਿਆਦਾ ਹੈ ਤਾਂ ਸਾਡੇ ਬਾਲ ਝੜਨੇ ਸ਼ੁਰੂ ਹੋ ਗਏ। ਬਹੁਤ ਕੁਛ ਇਤਿਫਾਕ ਬਣਦੇ ਨੇ, ਬਟ ਇਹ ਇਤਿਫਾਕ ਨੇ, ਇਹ ਕੋਈ ਬਾਲ ਝੜਨ ਦੇ ਰੀਜ਼ਨ ਨਹੀਂ ਹੈਗੇ। ਤਾਂ ਉਹਨਾਂ ਨੂੰ ਮੈਂ ਇਹ ਪੁੱਛਣਾ ਚਾਹਾਂਗੇ, ਅੱਛਾ ਚਲੋ ਇਹ ਰੀਜ਼ਨ ਅਗਰ ਇਹ ਹੈ ਤਾਂ ਤੁਹਾਡੇ ਦਾੜੀ ਦੇ ਬਾਲ ਕਿਉਂ ਨਹੀਂ ਝੜੇ? ਅਗਰ ਪਾਣੀ ਖਰਾਬ ਸੀ ਤਾਂ ਤੁਹਾਡੇ ਦਾੜੀ ਦੇ ਬਾਲ ਕਿਉਂ ਨਹੀਂ ਝੜੇ? ਜੇ ਪਾਣੀ ਖਰਾਬ ਸੀ ਤਾਂ ਤੁਹਾਡੇ ਪਿੱਛੇ ਵਾਲੇ ਬਾਲ ਕਿਉਂ ਨਹੀਂ ਝੜੇ? ਜੇ ਪਾਣੀ ਖਰਾਬ ਸੀ ਤਾਂ ਤੁਹਾਡੇ ਚੈਸਟ ਦੇ ਬਾਲ ਕਿਉਂ ਨਹੀਂ ਝੜੇ? ਜੇ ਪਾਣੀ ਖਰਾਬ ਸੀ ਤੁਹਾਡੇ ਸਾਰੀ ਫੈਮਿਲੀ ਦੇ ਬਾਲ ਕਿਉਂ ਨਹੀਂ ਝੜੇ? ਤੁਹਾਡੇ ਕਿਉਂ ਝੜ ਰਹੇ ਆ? ਜਾਂ ਤੁਹਾਡੇ ਮਦਰ ਦੇ ਕਿਉਂ ਨਹੀਂ ਝੜੇ? ਸਿਸਟਰ ਦੇ ਕਿਉਂ ਨਹੀਂ ਝੜੇ? ਤਾਂ ਬਾਲਨੈਸ ਹਮੇਸ਼ਾ ਇਸੀ ਜਗ੍ਹਾ 'ਤੇ ਕਿਉਂ ਆਈ? ਤਾਂ ਅਗਰ ਮੈਂ ਜਦੋਂ ਇਹ ਜਵਾਬ ਦਿੰਦਾ ਤਾਂ ਸਭ ਨੂੰ ਲੱਗਦਾ ਹਾਂ ਯਾਰ ਗੱਲ ਕੁਛ ਸਹੀ ਹੈ, ਤਾਂ ਕੋਈ ਰੀਜ਼ਨ ਹੋਰ ਹੈ। ਤਾਂ ਇਹਦਾ ਰੀਜ਼ਨ ਜਿਹੜਾ ਹੈ ਆਪਣੇ ਅੰਦਰ ਛੁਪਿਆ ਹੁੰਦਾ ਹੈ। ਇਹ ਰੀਜ਼ਨ ਹੈ ਟੈਸਟੋਸਟੇਰੋਨ ਹਾਰਮੋਨ, ਜਿਹਨੂੰ ਅਸੀਂ ਜੈਨੇਟਿਕ ਪ੍ਰੋਬਲਮ ਕਹਿੰਦੇ ਹਾਂ। ਇਹ ਟੈਸਟੋਸਟੇਰੋਨ ਹਾਰਮੋਨ ਜਿਹੜਾ ਹੁੰਦਾ ਹੈ ਕਈ ਲੋਕਾਂ ਦੇ ਵਿੱਚ ਇਹਨਾਂ ਬਾਲਾਂ ਦੇ ਉੱਤੇ ਅਟੈਕ ਕਰਦਾ ਹੈ। ਕਈ ਲੋਕਾਂ ਦੇ, ਸਾਰਿਆਂ ਦੇ ਵਿੱਚ ਨਹੀਂ, 25% ਮੇਲ ਦੇ ਵਿੱਚ ਇਹ ਪ੍ਰੋਬਲਮ ਹੈ ਆਲ ਓਵਰ ਵਰਲਡ। ਉਹ ਜਿਹੜਾ ਹਾਰਮੋਨ ਹੈ ਇਸ ਬਾਲਾਂ 'ਤੇ ਅਟੈਕ ਕਰਦਾ ਹੈ, ਪਰ ਇਹਨਾਂ ਬਾਲਾਂ 'ਤੇ ਉਹ ਅਟੈਕ ਨਹੀਂ ਕਰ ਪਾਉਂਦਾ। ਇਸ ਲਈ ਇਹ ਵਾਲੇ ਬਾਲ ਝੜ ਜਾਂਦੇ ਹਨ ਕਈਆਂ ਲੋਕਾਂ ਦੇ, ਅਤੇ ਕਈਆਂ ਦੇ ਇਹ ਵਾਲੇ ਬਾਲ ਨਹੀਂ ਝੜਦੇ ਕਿਉਂਕਿ ਟੈਸਟੋਸਟੇਰੋਨ ਉਹਨਾਂ ਦੇ ਵਿੱਚ, ਉਹਨਾਂ ਦੇ ਸਰੀਰ ਦੇ ਵਿੱਚ ਇਹ ਹਾਰਮੋਨ ਇਹਨਾਂ 'ਤੇ ਨਹੀਂ ਅਟੈਕ ਕਰਦਾ। ਤਾਂ ਲੋਕ ਫਿਰ ਕੁਐਸਚਨ ਮੇਰੇ ਕੋਲ ਆਉਂਦਾ ਹੈ ਕਿ ਸਰ ਇੱਥੋਂ ਦੀ ਸਕਿਨ ਖਰਾਬ ਹੈ ਤਾਂ ਕਰਕੇ ਬਾਲ ਝੜ ਗਏ? ਨਹੀਂ, ਸਕਿਨ ਖਰਾਬ ਕਰਕੇ ਨਹੀਂ ਝੜੇ। ਇੱਥੋਂ ਦੀ ਜਿਹੜੀ ਬਾਲ ਸੀ ਉਹਨਾਂ ਦੀਆਂ ਰੂਟਸ ਵੀਕ ਸੀਗੀਆਂ, ਉਹਨਾਂ ਦੇ ਰੂਟਸ ਇਸ ਤਰ੍ਹਾਂ ਦੀ ਸੀ ਜਿਨ੍ਹਾਂ ਦੇ ਉੱਤੇ ਟੈਸਟੋਸਟੇਰੋਨ ਨੇ ਅਟੈਕ ਕੀਤਾ। ਉਹਨਾਂ ਦੇ ਰੂਟਸ ਦੇ ਉੱਤੇ ਕੁਝ ਰਿਸੈਪਟਰ ਇਹੋ ਜਿਹੇ ਸੀ ਜਿਨ੍ਹਾਂ ਦੇ ਉੱਤੇ ਟੈਸਟੋਸਟੇਰੋਨ ਹਾਰਮੋਨ ਅਟੈਕ ਕਰ ਸਕਦਾ ਸੀ, ਬਟ ਪਿੱਛੇ ਵਾਲੇ ਬਾਲਾਂ ਦੇ ਉੱਤੇ ਉਸ ਰਿਸੈਪਟਰ ਨਹੀਂ ਹੁੰਦਾ, ਜਿਹਦੇ ਕਰਕੇ ਉਹ ਬਾਲਾਂ ਤੇ ਅਟੈਕ ਨਹੀਂ ਕਰ ਪਾਉਂਦਾ ਅਤੇ ਪਿੱਛੇ ਵਾਲੇ ਬਾਲ ਨਹੀਂ ਝੜਦੇ, ਜਾਂ ਦਾੜੀ ਦੇ ਬਾਲਾਂ 'ਤੇ ਅਟੈਕ ਨਹੀਂ ਕਰ ਪਾਉਂਦਾ। ਲੇਡੀਜ਼ ਦੇ ਵਿੱਚ ਟੈਸਟੋਸਟੇਰੋਨ ਹਾਰਮੋਨ ਹੁੰਦਾ ਹੀ ਨਹੀਂ ਹੈ, ਬਹੁਤ ਘੱਟ ਮਾਤਰਾ 'ਚ ਹੁੰਦਾ ਹੈ, ਤਾਂ ਉਹਨਾਂ ਦੇ ਅਗਰ ਬਾਲ ਵੀਕ ਵੀ ਹੈ ਤਾਂ ਵੀ ਨਹੀਂ ਝੜਨਗੇ ਕਿਉਂਕਿ ਉਹਨਾਂ ਨੂੰ ਝਾੜਨ ਵਾਲਾ ਹੀ ਕੋਈ ਹੈ ਨਹੀਂ। ਹੁਣ ਪੇਸ਼ੈਂਟ ਕਹਿਣਗੇ ਸਰ ਮੇਰੇ ਤਾਂ ਤੁਸੀਂ ਕੀ ਕਹਿੰਦੇ ਹੋ ਹੈਰੀਡਿਟਰੀ ਹੈ? ਤਾਂ ਮੇਰੇ ਤਾਂ ਫਾਦਰ ਨੂੰ ਪ੍ਰੋਬਲਮ ਨਹੀਂ ਹੈ, ਮੇਰੇ ਤਾਂ ਸਾਡੀ ਫੈਮਿਲੀ 'ਚ ਕਿਸੇ ਨੂੰ ਵੀ ਪ੍ਰੋਬਲਮ ਨਹੀਂ ਹੈ, ਕਿਸੇ ਨੂੰ ਵੀ ਨਹੀਂ ਹੈ। ਤਾਂ ਮੈਂ ਕਹੂੰਗਾ ਤੁਹਾਡੇ ਮਦਰ ਸਾਈਡ 'ਤੇ ਮਾਮਾ ਚਾਚਾ ਨੂੰ, ਮਾਮਾ ਜਾਂ ਨਾਨਾ ਨੂੰ ਹੋਏਗੀ? ਕਹਿਣਗੇ ਹਾਂਜੀ ਸਰ ਹੈਗੀ ਹੈ। ਤਾਂ ਇਹ ਪ੍ਰੋਬਲਮ ਜਿਹੜੀ ਹੈ ਉੱਧਰੋਂ ਵੀ ਆ ਜਾਂਦੀ ਹੈ। ਤਾਂ ਕਈ ਕਹਿਣਗੇ ਕਿ ਸਰ ਮੈਨੂੰ ਤਾਂ ਕਿਸੇ ਵੀ ਮਾਮਾ ਜਾਂ ਨਾਨਾ ਕਿਸੇ ਦੇ ਵੀ ਹੈ ਨਹੀਂ। ਤਾਂ ਇਹ ਪ੍ਰੋਬਲਮ ਜਿਹੜੀ ਹੈ ਤੁਹਾਡੇ ਦਾਦਾ ਪੜਦਾਦਾ ਨੜਦਾਦਾ ਉੱਧਰੋਂ ਵੀ ਆ ਜਾਂਦੀ ਹੈ, ਕਿਤੋਂ ਵੀ ਆ ਸਕਦੀ ਹੈ। ਫਿਰ ਕਹਿਣਗੇ ਚਲੋ ਇੱਕ ਰੀਜ਼ਨ ਮੈਂ ਤੁਹਾਨੂੰ ਹੋਰ ਦੱਸਦਾ, ਅਗਰ ਚਲੋ ਉੱਧਰੋਂ ਵੀ ਨਹੀਂ ਆਈ ਤਾਂ ਨਵੇਂ ਜੀਨਸ ਬਣ ਜਾਂਦੇ ਨੇ।
ਮਦਰ ਫਾਦਰ ਦੇ ਕਈ ਜੀਨਸ ਇਸ ਤਰ੍ਹਾਂ ਦੇ ਹੁੰਦੇ ਆ ਜਿਹੜੇ ਅੰਦਰ ਰਿਸੈਸਿਵ ਹੁੰਦੇ ਆ, ਜਿਹੜੇ ਬਾਹਰ ਸ਼ੋ ਨਹੀਂ ਕਰ ਰਹੇ, ਤਾਂ ਉਹ ਦੋਨੋਂ ਰਿਸੈਸਿਵ ਜੀਨ ਮਿਲ ਕੇ ਡੋਮੀਨੈਂਟ ਹੋ ਜਾਂਦੇ ਨੇ ਬੱਚਿਆਂ ਦੇ ਵਿੱਚ, ਕਈ ਬੱਚਿਆਂ ਦੇ ਵਿੱਚ, ਤਾਂ ਉਹ ਸਾਹਮਣੇ ਆ ਜਾਂਦੇ ਨੇ। ਤਾਂ ਤੁਹਾਡੀ ਹਮੇਸ਼ਾ ਪੂਰੀ ਤਰ੍ਹਾਂ ਸ਼ਕਲ ਤੁਹਾਡੀ ਮਦਰ ਤੇ ਨਹੀਂ ਗਈ, ਤੁਹਾਡੇ ਫਾਦਰ ਤੇ ਨਹੀਂ ਗਈ, ਤਾਂ ਚੇਂਜਸ ਆਉਣਗੀਆਂ। ਤਾਂ ਇਹ ਕੋਈ ਬਿਮਾਰੀ ਨਹੀਂ ਹੈ, ਜਿਹੜਾ ਹੇਅਰ ਫਾਲ ਹੈ ਕੋਈ ਬਿਮਾਰੀ ਨਹੀਂ ਹੈ, ਇਹ ਅੰਦਰੋਂ ਸੀਗਾ ਤੇ ਹੋਣਾ ਸੀ ਤਾਂ ਹੋਣਾ ਸੀ। ਕੁਝ ਮੈਡੀਸਿਨਸ ਹੈ, PRP ਹੈ, ਲੋਸ਼ਨਸ ਹੈ, ਜਿਹਦੇ ਨਾਲ ਇਹਨੂੰ ਅਸੀਂ ਕੁਝ ਹੱਦ ਤੱਕ ਕੰਟਰੋਲ ਕਰਨ ਦੇ ਵਿੱਚ ਕਾਮਯਾਬ ਹੋਏ ਹਾਂ, ਬਟ 100% ਇਹਨੂੰ ਅਸੀਂ ਹਜੇ ਤੱਕ ਨਹੀਂ ਕੰਟਰੋਲ ਕਰ ਪਾਏ। ਤਾਂ ਇਹਦਾ ਇੱਕ ਪਰਮਾਨੈਂਟ ਸੋਲੂਸ਼ਨ ਸਿਰਫ ਹੇਅਰ ਟ੍ਰਾਂਸਪਲਾਂਟ ਹੀ ਹੈ, ਜਿਹਦੇ ਵਿੱਚ ਅਸੀਂ ਪਿੱਛੇ ਵਾਲੇ ਸਾਈਡਾਂ ਦੇ ਬਾਲ ਲੈਂਦੇ ਹਾਂ। ਮੈਂ ਤੁਹਾਨੂੰ ਕੀ ਕਿਹਾ ਕਿ ਪਿੱਛੇ ਤੇ ਸਾਈਡਾਂ ਦੇ ਬਾਲਾਂ ਤੇ ਟੈਸਟੋਸਟੇਰੋਨ ਹਾਰਮੋਨ ਦਾ ਅਸਰ ਨਹੀਂ ਹੈ, ਤਾਂ ਜਦੋਂ ਇਹ ਬਾਲ ਕੱਢ ਕੇ ਅਸੀਂ ਅੱਗੇ ਲਗਾ ਦਾਂਗੇ ਤਾਂ ਇਹਨਾਂ ਤੇ ਟੈਸਟੋਸਟੇਰੋਨ ਹਾਰਮੋਨ ਅਟੈਕ ਨਹੀਂ ਕਰ ਪਾਏਗਾ, ਤਾਂ ਅਸੀਂ ਇਹਨੂੰ ਕਹਿੰਦੇ ਕਿ ਇਹ ਪਰਮਾਨੈਂਟ ਰਹਿਣਗੇ, ਹਮੇਸ਼ਾ ਕਦੇ ਨਹੀਂ ਛੱਡਣਗੇ। ਪਰ ਇਹਦੇ ਵਿੱਚ ਡਾਕਟਰ ਦਾ ਕੋਈ ਰੋਲ ਨਹੀਂ ਹੈ। ਤੁਹਾਡੇ ਪਰਮਾਨੈਂਟ ਬਾਲ ਬਣਾਉਣ ਦੇ ਵਿੱਚ ਸਾਡਾ ਕੋਈ ਰੋਲ ਨਹੀਂ ਹੁੰਦਾ। ਅਸੀਂ ਸਿਰਫ ਇਹਨੂੰ ਅੱਛੀ ਤਰ੍ਹਾਂ ਲਗਾਉਣਾ ਹੁੰਦਾ ਹੈ, ਸਹੀ ਜਗ੍ਹਾ ਤੇ ਲਗਾਉਣਾ ਹੁੰਦਾ ਹੈ, ਤਾਂ ਕਿ ਬਾਲ ਤੁਹਾਡੇ ਜਿੰਨੇ ਲਗਾਏ ਅਸੀਂ ਪੂਰੇ ਉੱਗਣ ਤੇ ਸਾਰੇ ਸਹੀ ਉੱਗਣ। ਬਟ ਉਹਨਾਂ ਦਾ ਪਰਮਾਨੈਂਟ ਰਹਿਣ ਦੇ ਵਿੱਚ ਸਾਡਾ ਕੋਈ ਰੋਲ ਨਹੀਂ ਹੁੰਦਾ, ਉਹਨਾਂ ਦਾ ਰੋਲ ਤੁਹਾਡੇ ਆਪਦੇ ਬਾਲਾਂ ਦੇ ਵਿੱਚ ਹੀ ਛੁਪਿਆ ਹੋਇਆ ਹੈ। ਹੇਅਰ ਟ੍ਰਾਂਸਪਲਾਂਟ ਕਰਨ ਦੇ ਵਿੱਚ ਕਿੰਨਾ ਟਾਈਮ ਲੱਗਦਾ ਹੈ ਤੇ ਇਸ ਦਾ ਰਿਜ਼ਲਟ ਸਾਨੂੰ ਕਿੰਨੇ ਦਿਨਾਂ ਬਾਅਦ ਮਿਲਣਾ ਸ਼ੁਰੂ ਹੋ ਜਾਂਦਾ ਹੈ? ਹੇਅਰ ਟ੍ਰਾਂਸਪਲਾਂਟ ਨੂੰ 5 ਜਾਂ 6 ਘੰਟੇ ਲੱਗਦੇ ਨੇ ਕਰਨ ਦੇ ਵਿੱਚ। ਜੇ ਸਾਨੂੰ ਦਾੜੀ ਦੇ ਜਾਂ ਚੈਸਟ ਦੇ ਬਾਲ ਵੀ ਲੈਣੇ ਹਨ ਤਾਂ ਸਾਨੂੰ 2 ਦਿਨ ਲੱਗਦੇ ਨੇ, ਤਾਂ ਉਹ ਦੂਸਰਾ ਦਿਨ ਅਸੀਂ 3-4 ਘੰਟੇ ਫੇਰ ਲਗਾਉਂਦੇ ਹਾਂ। ਅਗਰ ਏਰੀਆ ਵੱਡਾ ਹੈ ਤਾਂ ਕਦੇ-ਕਦੇ ਇੱਕ ਵਾਰ ਦੇ ਵਿੱਚ ਪੂਰਾ ਏਰੀਆ ਨਹੀਂ ਕਵਰ ਹੁੰਦਾ, ਤਾਂ ਸਾਨੂੰ ਦੂਸਰੀ ਸਿਟਿੰਗ ਕਰਨੀ ਪੈਂਦੀ ਹੈ। ਉਹ ਦੂਸਰੀ ਸਿਟਿੰਗ ਅਸੀਂ ਜਾਂ ਤਾਂ 1.5 ਮਹੀਨੇ ਬਾਅਦ ਕਰਦੇ ਹਾਂ ਜਾਂ ਪੂਰਾ ਰਿਜ਼ਲਟ ਆਉਣ ਤੋਂ ਬਾਅਦ 7-8 ਮਹੀਨੇ ਬਾਅਦ ਕਰਦੇ ਹਾਂ। ਹੇਅਰ ਟ੍ਰਾਂਸਪਲਾਂਟ ਦੇ ਵਿੱਚ ਮੈਂ ਦੱਸਣਾ ਚਾਹੂੰਗਾ ਕਿ ਜਿਹੜੇ ਅਸੀਂ ਬਾਲ ਲਗਾਉਂਦੇ ਹਾਂ ਉਹ ਬਿਲਕੁਲ ਜੜ੍ਹਾਂ ਹੁੰਦੀਆਂ, ਦੇਖਣ ਦੇ ਵਿੱਚ ਬਿਲਕੁਲ ਕਾਲੇ-ਕਾਲੇ ਧੱਬੇ ਜਿਹੇ ਦਿਖਣਗੇ, ਕਰਸਟ ਦਿਖਣਗੇ, ਜਿਹਨੂੰ ਆਪਾਂ ਸਕੈਬਸ ਕਹਿੰਦੇ ਹਾਂ। ਉਹ ਸਕੈਬਸ ਜਿਹੜੇ ਹੁੰਦੇ ਆ 10 ਦਿਨ ਬਾਅਦ ਝੜਨੇ ਸ਼ੁਰੂ ਹੋ ਜਾਂਦੇ ਹਨ। ਜਦੋਂ ਆਪਾਂ ਹੱਥ ਲਗਾ ਕੇ ਨਹਾਵਾਂਗੇ ਉਹ ਝੜਨੇ ਸ਼ੁਰੂ ਹੋ ਜਾਣਗੇ। ਤਾਂ ਹੌਲੀ-ਹੌਲੀ ਕਰਕੇ ਉਹਦੇ ਵਿੱਚ ਜਿਹੜੇ ਬਾਲ ਹੁੰਦੇ ਆ ਉਹ ਵੀ 1 ਮਹੀਨੇ ਦੇ ਅੰਦਰ ਸਾਰੇ ਝੜ ਜਾਂਦੇ ਨੇ। ਤਾਂ ਪੇਸ਼ੈਂਟ ਬੜੇ ਪਰੇਸ਼ਾਨ ਹੁੰਦੇ ਆ ਕਿ ਸਾਰੇ ਬਾਲ ਝੜ ਗਏ। 2-3 ਮਹੀਨੇ ਬਾਅਦ ਫੋਨ ਆਉਂਦਾ ਕਿ ਸਾਰੇ ਤਾਂ ਦੁਬਾਰਾ ਨਹੀਂ ਉਗਰੇ। ਤਾਂ ਸਾਰਿਆਂ ਨੂੰ ਮੈਂ ਦੱਸਣਾ ਚਾਹੁੰਦਾ ਕਿ ਬਾਲ ਇੱਕ ਵਾਰ ਸਾਰੇ ਝੜਦੇ ਨੇ, ਥੋੜੇ ਉਗਦੇ ਨੇ, ਉਸ ਤੋਂ ਬਾਅਦ ਤੁਸੀਂ ਮੰਨ ਕੇ ਚੱਲੋ 4 ਮਹੀਨੇ ਬਾਅਦ ਉਹ ਬਾਲ ਆਣੇ ਸ਼ੁਰੂ ਹੁੰਦੇ ਨੇ। ਪਹਿਲਾਂ ਬਿਲਕੁਲ ਵਿਰਲੇ ਆਣਗੇ, ਜਿਵੇਂ 100 ਬਾਲ ਲਗਾਏ ਸੀ ਉਹਦੇ ਵਿੱਚੋਂ ਸਿਰਫ 10 ਬਾਲ ਹੀ ਆਣਗੇ, ਇਕੱਠੇ ਸਾਰੇ ਬਾਲ ਨਹੀਂ ਆਉਂਦੇ। ਜਿਵੇਂ ਕਿ ਆਪਾਂ ਉਸ ਤਰ੍ਹਾਂ ਲਗਾ ਲੈਂਦੇ ਹਾਂ, ਸਾਰੇ ਬਾਲ ਇਕੱਠੇ ਦੁਬਾਰਾ ਆਣੇ ਸ਼ੁਰੂ ਹੋ ਜਾਂਦੇ ਨੇ। ਹੇਅਰ ਟ੍ਰਾਂਸਪਲਾਂਟ ਦੇ ਵਿੱਚ ਇਸ ਤਰ੍ਹਾਂ ਨਹੀਂ ਹੁੰਦਾ। ਪਹਿਲਾਂ ਬਿਲਕੁਲ ਬਰੀਕ ਜੇ ਥੋੜੇ ਬਾਲ 4 ਮਹੀਨੇ ਬਾਅਦ ਆਣੇ ਸ਼ੁਰੂ ਹੋਣਗੇ, ਤਾਂ ਹੌਲੀ-ਹੌਲੀ ਉਹ 10 ਤੋਂ 20 ਹੋ ਜਾਣਗੇ, 20 ਤੋਂ 40 ਹੋ ਜਾਣਗੇ, ਤੇ ਪ੍ਰੋਪਰ ਬਾਲ ਆਉਣ ਦੇ ਵਿੱਚ ਤੇ ਲੰਬੇ ਹੋਣ ਦੇ ਵਿੱਚ ਉਹਨਾਂ ਨੂੰ 7-8 ਮਹੀਨੇ ਲੱਗ ਜਾਂਦੇ ਨੇ। ਉਸ ਤੋਂ ਪਹਿਲਾਂ ਤੁਸੀਂ ਉਹ ਜਿਹੜੇ ਵੀ ਬਾਲ ਥੋੜੇ ਬਹੁਤ ਆਣਗੇ ਉਹਨਾਂ ਨੂੰ ਤੁਸੀਂ ਮਸ਼ੀਨ ਲਵਾ ਸਕਦੇ ਹੋ ਜਾਂ ਉਹਨਾਂ ਨੂੰ ਛੋਟੇ ਕਰਾ ਸਕਦੇ ਹੋ, ਕਟਿੰਗ ਕਰਾ ਸਕਦੇ ਹੋ ਅਗਰ ਤੁਹਾਨੂੰ ਬੁਰੇ ਲੱਗ ਰਹੇ ਨੇ। ਇਹ ਬਾਲ ਬਿਲਕੁਲ ਉਸ ਤੋਂ ਬਾਅਦ ਨੈਚੁਰਲ ਹੋ ਜਾਣਗੇ। ਤੁਸੀਂ ਉਸ ਤੋਂ ਬਾਅਦ ਜਿਵੇਂ ਮਰਜ਼ੀ ਇਹਨਾਂ ਨੂੰ ਲੰਬੇ ਕਰੋ, ਛੋਟੇ ਕਰੋ, ਤੇ ਪੂਰਾ ਰਿਜ਼ਲਟ ਆਉਣ ਦੇ ਵਿੱਚ ਲੇਕਿਨ 8-9 ਮਹੀਨੇ ਲੱਗਦੇ ਨੇ। ਇਸੇ ਲਈ ਅਸੀਂ 8-9 ਮਹੀਨੇ ਬਾਅਦ ਹੀ ਸੁਜੈਸਟ ਕਰਦੇ ਹਾਂ ਪੇਸ਼ੈਂਟ ਨੂੰ ਸੈਕਿੰਡ ਸਿਟਿੰਗ ਕਰਨ ਲਈ, ਕਿਉਂਕਿ ਪਹਿਲੇ ਦਾ ਰਿਜ਼ਲਟ ਆ ਚੁੱਕਿਆ ਹੁੰਦਾ ਹੈ ਤੇ ਦੂਸਰੀ ਸਿਟਿੰਗ ਕਰਨੀ ਈਜ਼ੀ ਹੋ ਜਾਂਦੀ ਹੈ 8-9 ਮਹੀਨੇ ਤੋਂ ਬਾਅਦ। ਡਾਕਟਰ ਸਾਹਿਬ, ਹੇਅਰ ਟ੍ਰਾਂਸਪਲਾਂਟ ਕਰਾਉਣ ਤੋਂ ਬਾਅਦ ਜਦੋਂ ਵਾਲ ਉਗਣੇ ਸ਼ੁਰੂ ਹੁੰਦੇ ਨੇ, ਸਾਨੂੰ ਦੇਖਣ ਨੂੰ ਮਿਲਿਆ ਕਈਆਂ ਦੇ ਜਿਹੜੇ ਵਾਲ ਨੇ ਉਹ ਭਾਰੇ ਹੁੰਦੇ ਨੇ ਔਰ ਕਈਆਂ ਦੇ ਜਿਹੜੇ ਵਾਲ ਨੇ ਉਹ ਪਤਲੇ ਤੇ ਹਲਕੇ ਹੀ ਰਹਿ ਜਾਂਦੇ ਨੇ। ਕੀ ਇਹ ਰਿਜ਼ਲਟ ਸਾਰਿਆਂ ਨੂੰ ਸੇਮ ਮਿਲਦਾ ਹੈ? ਬਹੁਤ ਅੱਛਾ ਕੁਐਸਚਨ ਪੁੱਛਿਆ ਤੁਸੀਂ। ਟ੍ਰਾਂਸਪਲਾਂਟ ਕਰਨਾ ਬਹੁਤ ਈਜ਼ੀ ਹੈ, ਬਟ ਇਸ ਦਾ ਜਵਾਬ ਦੇਣਾ ਬਹੁਤ ਮੁਸ਼ਕਿਲ ਹੈ। ਟ੍ਰਾਂਸਪਲਾਂਟ ਦੇ ਵਿੱਚ ਦੇਖੋ, ਡਾਕਟਰ ਦਾ ਬਹੁਤ ਵੱਡਾ ਹੱਥ ਹੈ, ਉਹਦੀ ਟੀਮ ਦਾ ਬਹੁਤ ਵੱਡਾ ਹੱਥ ਹੈ। ਉਹ ਕਿਵੇਂ ਕਰਦੇ ਨੇ, ਕਿੰਨੇ ਟਾਈਮ ਦੇ ਵਿੱਚ ਕਰਦੇ ਨੇ, ਕਿੰਨਾ ਹਾਈਜੀਨ ਯੂਜ਼ ਕਰਦੇ ਨੇ, ਉਹਨਾਂ ਦੀ ਟੀਮ ਕਿੰਨੀ ਟ੍ਰੇਨਡ ਹੈ, ਡਾਕਟਰ ਕਿੰਨਾ ਟ੍ਰੇਨਡ ਹੈ, ਸਾਨੂੰ ਕਿੰਨਾ ਐਕਸਪੀਰੀਅੰਸ, ਇਸ ਚੀਜ਼ 'ਤੇ ਬਹੁਤ ਜ਼ਿਆਦਾ ਰਿਜ਼ਲਟ ਡਿਪੈਂਡ ਕਰਦਾ ਹੈ। ਲੇਕਿਨ 100% ਫਿਰ ਵੀ ਸਾਡੇ 'ਤੇ ਨਹੀਂ ਡਿਪੈਂਡ ਕਰਦਾ। ਕਿਉਂਕਿ ਬਾਲ ਤੁਹਾਡੇ ਲੈਣੇ ਨੇ, ਤੁਹਾਡੇ ਪਿੱਛੇ ਸਾਈਡਾਂ ਦੇ ਬਾਲ ਲੈਣੇ ਨੇ, ਦਾੜੀ ਦੇ ਬਾਲ ਲੈਣੇ ਆ, ਤਾਂ ਉਸ ਦੇ ਕਰਕੇ ਤੁਹਾਡੇ ਆਪਣੇ ਬਾਲਾਂ ਦੇ ਉੱਤੇ ਵੀ ਰਿਜ਼ਲਟ ਡਿਪੈਂਡ ਕਰਦਾ ਹੈ। ਅਗਰ ਸਾਨੂੰ ਬਾਲ ਅੱਛੇ ਮਿਲਣਗੇ, ਇੱਕ ਬਾਲ 'ਚ 4-4 ਬਾਲ ਹੋਣਗੇ, ਇੱਕ ਗ੍ਰਾਫਟ ਦੇ ਵਿੱਚ ਮੋਟੇ ਹੋਣਗੇ, ਏਰੀਆ ਘੱਟ ਹੋਵੇਗਾ, ਤਾਂ ਰਿਜ਼ਲਟ ਇੰਨਾ ਵਧੀਆ ਆਉਂਦਾ ਹੈ ਕਿ ਨੈਚੁਰਲ ਨਾਲੋਂ ਵੀ ਵਧੀਆ ਲੱਗਦਾ ਹੈ। ਲੇਕਿਨ ਕਈ ਲੋਕਾਂ ਦਾ ਏਰੀਆ ਵੱਡਾ ਹੁੰਦਾ ਹੈ, ਬਾਲ ਉਹਨਾਂ ਦੇ ਘੱਟ ਹੁੰਦੇ ਨੇ, ਪਤਲੇ ਹੁੰਦੇ ਨੇ, ਤਾਂ ਇਹ ਰਿਜ਼ਲਟ ਉਹਨਾਂ ਨੂੰ ਬਹੁਤ ਰਿਜ਼ਲਟ ਮਿਲਦਾ ਹੈ, 100% ਮਿਲਦਾ ਹੈ, ਬਟ ਇੰਨਾ ਅੱਛਾ ਨਹੀਂ ਮਿਲਦਾ ਜਿੰਨਾ ਕੁ ਉਹਨਾਂ ਨੂੰ ਮਿਲਦਾ ਹੈ ਜਿਨ੍ਹਾਂ ਦਾ ਏਰੀਆ ਘੱਟ ਸੀ ਤੇ ਜਿਨ੍ਹਾਂ ਦੇ ਬਾਲ ਵਧੀਆ ਸੀ। ਤਾਂ ਮੇਰਾ ਇੱਕ ਸੰਦੇਸ਼ ਇਹੀ ਹੈ ਕਿ ਡੋਂਟ ਕੰਪੇਅਰ ਯੂਅਰ ਰਿਜ਼ਲਟ ਵਿਦ ਅਦਰਬਡੀਜ਼ ਰਿਜ਼ਲਟ। ਤਾਂ ਤੁਹਾਨੂੰ ਤੁਹਾਡਾ ਰਿਜ਼ਲਟ ਮਿਲੇਗਾ, ਉਹਨੂੰ ਉਹਦਾ ਰਿਜ਼ਲਟ ਮਿਲੇਗਾ। ਜੇ ਤੁਸੀਂ ਇਹ ਸੋਚਣ ਲੱਗ ਗਏ ਕਿ ਇਹਦਾ ਰਿਜ਼ਲਟ ਅੱਛਾ ਕਿਵੇਂ ਆ ਗਿਆ, ਤੇ ਤੁਸੀਂ ਸੋਚਣ ਲੱਗ ਗਏ ਕਿ ਪਤਾ ਨਹੀਂ ਇਹਦੇ ਉੱਤੇ ਡਾਕਟਰ ਸਾਹਿਬ ਨੇ ਕੀ ਫੇਵਰ ਕਰ ਦਿੱਤੀ ਜਾਂ ਇਹਨੇ ਕੋਈ ਪੈਸੇ ਜ਼ਿਆਦਾ ਲਗਾਏ ਸੀ ਤਾਂ ਅੱਛਾ ਰਿਜ਼ਲਟ ਆ ਗਿਆ, ਦੀਜ਼ ਆਰ ਨਾਟ ਦਾ ਰੀਜ਼ਨਸ। ਰੀਜ਼ਨ ਤੁਹਾਡੇ ਆਪਣੇ ਬਾਲਾਂ ਦੇ ਵਿੱਚ ਵੀ ਛੁਪਿਆ ਹੋਇਆ ਹੈ। ਅਸੀਂ ਆਪਣੀ ਤਰਫੋਂ ਪੂਰੀ ਕੋਸ਼ਿਸ਼ ਕਰਦੇ ਹਾਂ ਕਿ ਪੂਰੀ ਅੱਛੇ ਤੁਹਾਨੂੰ ਰਿਜ਼ਲਟ ਮਿਲੇ, ਤੁਹਾਨੂੰ ਆਪਣੇ ਪੈਸੇ ਜਿਹੜੇ ਤੁਸੀਂ ਲਗਾਏ ਆ ਤੁਹਾਨੂੰ ਉਹਦੀ ਪੂਰੀ ਵੈਲਿਊ ਮਿਲੇ, ਬਟ ਅਸੀਂ ਪੂਰਾ ਸਮਝਾਉਣ ਤੋਂ ਬਾਅਦ ਹੀ ਟ੍ਰਾਂਸਪਲਾਂਟ ਸ਼ੁਰੂ ਕਰਦੇ ਹਾਂ। ਅਸੀਂ ਤੁਹਾਨੂੰ ਇਸ ਦੀਆਂ ਚੀਜ਼ਾਂ ਦੱਸਦੇ ਹਾਂ ਕਿ ਤੁਹਾਨੂੰ ਕੀ ਤੁਹਾਨੂੰ ਇਸ ਦਾ
ਕਿੰਨਾ ਰਿਜ਼ਲਟ ਮਿਲੇਗਾ, ਤਾਂ ਉਸ ਚੀਜ਼ਾਂ ਸਮਝਾਉਣ ਤੋਂ ਬਾਅਦ ਹੀ ਅਸੀਂ ਤੁਹਾਡਾ ਟ੍ਰਾਂਸਪਲਾਂਟ ਸ਼ੁਰੂ ਕਰਦੇ ਹਾਂ। ਤਾਂ ਇਹ ਜ਼ਰੂਰ ਦੱਸਣਾ ਚਾਹਾਂਗਾ ਕਿ ਰਿਜ਼ਲਟ ਜਿਹੜਾ ਹੈ ਉਹ ਵੇਰੀ ਕਰਦਾ ਹੈ ਪਰਸਨ ਟੂ ਪਰਸਨ। ਡਾਕਟਰ ਸਾਹਿਬ, ਜਿਵੇਂ ਤੁਸੀਂ ਦੱਸਿਆ FUE ਟੈਕਨੀਕ ਦੇ ਨਾਲ ਤੁਸੀਂ ਹੇਅਰ ਟ੍ਰਾਂਸਪਲਾਂਟ ਕਰ ਰਹੇ ਹੋ, ਇਸ ਤੋਂ ਬਾਅਦ ਕੋਈ ਨਵੀਂ ਟੈਕਨੀਕ ਵੀ ਆਈ ਹੈ? ਹੇਅਰ ਟ੍ਰਾਂਸਪਲਾਂਟ ਦੇ ਵਿੱਚ ਦੋ ਟੈਕਨੀਕਸ ਹੁੰਦੀਆਂ ਵੈਸੇ ਤਾਂ, FUT ਤੇ ਇੱਕ FUE ਟੈਕਨੀਕ। FUT ਹੈ ਫੋਲੀਕਲ ਯੂਨਿਟ ਟ੍ਰਾਂਸਪਲਾਂਟੇਸ਼ਨ ਹੁੰਦੀ ਹੈ, ਜਿਸ ਦੇ ਵਿੱਚ ਪਿੱਛੋਂ ਇੱਕ ਸਟ੍ਰਿਪ ਲੈਂਦੇ ਨੇ ਤੇ ਉਸ ਤੋਂ ਬਾਅਦ ਉਹ ਟ੍ਰਾਂਸਪਲਾਂਟ ਕੀਤਾ ਜਾਂਦਾ ਹੈ ਉਹਦੇ ਵਿੱਚੋਂ ਬਾਲ ਕੱਢ ਕੇ। ਤੇ ਇੱਕ FUE ਟੈਕਨੀਕ ਹੈ ਜਿਹਦੇ ਵਿੱਚੋਂ ਸਿੱਧਾ ਡਾਇਰੈਕਟ ਬਾਲ ਕੱਢ ਕੇ ਬਿਨਾਂ ਕੋਈ ਸਟ੍ਰਿਪ ਕੱਢੇ, ਬਿਨਾਂ ਕੋਈ ਟਾਂਕੇ ਲੱਗੇ ਇਸ ਨੂੰ ਅਸੀਂ ਕਰਦੇ ਹਾਂ। ਅਸੀਂ ਸਿਰਫ ਸਾਡੇ ਗਰਗ ਹੇਅਰ ਟ੍ਰਾਂਸਪਲਾਂਟ ਵਿੱਚ ਅਸੀਂ ਸਿਰਫ FUE ਟੈਕਨੀਕ ਹੀ ਕਰਦੇ ਹਾਂ, ਬਟ ਕਈ ਸੈਂਟਰ FUT ਵੀ ਕਰਦੇ ਨੇ ਤੇ ਉਹਨਾਂ ਦਾ ਰਿਜ਼ਲਟ ਵੀ FUE ਦੀ ਤਰ੍ਹਾਂ ਹੀ ਅੱਛਾ ਹੈ। ਬਟ ਐਕਸਪੀਰੀਅੰਸ ਤੇ ਡਿਪੈਂਡ ਕਰਦਾ ਹੈ ਕਿ FUT ਕੌਣ ਅੱਛਾ ਕਰਦਾ ਤੇ FUE ਅੱਛਾ ਕੌਣ ਕਰਦਾ ਹੈ। ਦੋਨੋਂ ਟੈਕਨੀਕਸ ਹੀ ਅੱਛੀਆਂ ਨੇ। ਹੁਣ ਗੱਲ ਆ ਗਈ ਕਿ FUE ਤੋਂ ਬਾਅਦ ਵੀ ਕੋਈ ਟੈਕਨੀਕ ਨਵੀਂ ਆਈ ਹੈ। FUE ਤੋਂ ਬਾਅਦ ਹਜੇ ਤੱਕ ਕੋਈ ਨਾਮ ਨਹੀਂ ਚੇਂਜ ਹੋਇਆ ਇਹਦਾ, FUE ਟੈਕਨੀਕ ਹੀ ਹੈ। ਕਈ ਸੈਂਟਰਸ ਨੇ ਇਹਦਾ ਨਾਮ ਥੋੜਾ ਬਹੁਤ ਚੇਂਜ ਕੀਤਾ ਹੈ, ਬਟ FUE ਟੈਕਨੀਕ ਹੀ ਹੈ। ਇਸ ਤੋਂ ਬਾਅਦ ਹਜੇ ਤੱਕ ਕੋਈ ਨਵੀਂ ਟੈਕਨੀਕ ਨਹੀਂ ਆਈ, ਬਟ ਇਹਨੂੰ ਅਸੀਂ ਥੋੜਾ ਜਿਹਾ ਇੰਪਰੂਵ ਕੀਤਾ ਹੈ ਜਾਂ ਉਹਨੂੰ ਕਹਦੇ ਕਿ ਲੇਟੈਸਟ ਇੰਸਟਰੂਮੈਂਟਸ ਆ ਗਏ ਨੇ। ਇੰਸਟਰੂਮੈਂਟ ਬਹੁਤ ਅੱਛੇ ਆ ਗਏ ਨੇ, ਸ਼ਾਰਪ ਇੰਸਟਰੂਮੈਂਟਸ ਆ ਗਏ ਨੇ, ਬਰੀਕ ਇੰਸਟਰੂਮੈਂਟ ਆ ਗਏ ਨੇ, ਜਿਹਦੇ ਕਰਕੇ ਸਾਨੂੰ ਟ੍ਰਾਂਸਪਲਾਂਟ ਕਰਨਾ ਬਹੁਤ ਈਜ਼ੀ ਹੋ ਗਿਆ ਹੈ, ਜਲਦੀ ਹੋ ਜਾਂਦਾ ਹੁਣ। ਤੇ ਥੋੜੀ ਡੈਂਸਿਟੀ ਵੀ ਪਹਿਲਾਂ ਨਾਲੋਂ ਅਸੀਂ ਇਨਕਰੀਜ਼ ਕਰਤੀ ਹੈ, ਕੋਈ ਸਕਿਨ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਉਂਦੀ। ਤੇ ਇੱਕ ਨਵੀਂ ਟੈਕਨੀਕ ਆਪਾਂ ਕਹਿ ਸਕਦੇ ਹਾਂ ਕਿ ਇਸ ਨੂੰ ਅਸੀਂ ਨਾਲ ਇੱਕ PRP ਥੈਰੇਪੀ ਨਾਲ ਅਸੀਂ ਇਹਨੂੰ ਐਡ ਕੀਤਾ ਹੈ FUE ਟੈਕਨੀਕ ਦੇ ਨਾਲ। ਇਸ ਨੂੰ ਕਹਿੰਦੇ ਆ ਪਲਾਜ਼ਮਾ ਰਿਚ, ਪਲੇਟਲੇਟ ਰਿਚ ਪਲਾਜ਼ਮਾ। ਸੋ ਪਲੇਟਲੇਟ ਰਿਚ ਪਲਾਜ਼ਮਾ ਅਸੀਂ ਟ੍ਰਾਂਸਪਲਾਂਟ ਦੇ ਨਾਲ ਵੀ ਕਰਦੇ ਹਾਂ ਤੇ ਬਾਅਦ ਦੇ ਵਿੱਚ ਪੇਸ਼ੈਂਟ ਨੂੰ ਸੁਜੈਸਟ ਕਰਦੇ ਹਾਂ, ਬਟ ਦਿਸ ਇਜ਼ ਨਾਟ ਫॉर ਟ੍ਰਾਂਸਪਲਾਂਟ। ਕਈ ਲੋਕ ਸੋਚਦੇ ਹਨ, ਮੈਂ ਇਹ ਜ਼ਰੂਰ ਕਹਿਣਾ ਚਾਹੁੰਦਾ ਕਿ ਕਈ ਲੋਕ ਸੋਚਦੇ ਨੇ ਕਿ ਟ੍ਰਾਂਸਪਲਾਂਟ ਤੋਂ ਬਾਅਦ PRP ਕਰਾਵਾਂਗੇ ਤਾਂ ਹੀ ਰਿਜ਼ਲਟ ਆਏਗਾ, ਤਾਂ ਹੀ ਅੱਛਾ ਰਿਜ਼ਲਟ ਆਏਗਾ। ਨੋ, ਦਿਸ ਇਜ਼ ਨਾਟ ਰਾਈਟ। PRP ਦਾ ਬੈਨੀਫਿਟ ਟ੍ਰਾਂਸਪਲਾਂਟਡ ਵਾਲਾਂ ਨੂੰ ਜਦੋਂ ਆਪਾਂ ਟ੍ਰਾਂਸਪਲਾਂਟ ਕਰਦੇ ਹਾਂ ਉਦੋਂ ਹੀ ਹੁੰਦਾ ਹੈ, ਉਸ ਤੋਂ ਬਾਅਦ ਕੋਈ ਬੈਨੀਫਿਟ ਨਹੀਂ ਹੁੰਦਾ। ਦੁਬਾਰਾ ਜਦੋਂ ਤੁਸੀਂ PRP ਕਰਾਉਣ ਆਉਂਦੇ ਹੋ, ਉਹ ਅਸੀਂ ਤਾਂ ਸੁਜੈਸਟ ਕਰਦੇ ਹਾਂ ਜੇ ਤੁਹਾਡੇ ਪਹਿਲਾਂ ਵਾਲੇ ਬਾਲ ਝੜ ਰਹੇ ਨੇ। ਜਿਵੇਂ ਕਿ ਤੁਹਾਡਾ ਇੱਥੇ ਤਾਂ ਗੰਜ ਪੈ ਚੁੱਕਿਆ ਹੈ, ਲੇਕਿਨ ਹਜੇ ਇਹ ਬਾਲ ਹਜੇ ਹੈਗੇ ਆ, ਲੇਕਿਨ ਉਹ ਝੜ ਰਹੇ ਨੇ। ਮੈਨੂੰ ਪੇਸ਼ੈਂਟਸ ਕਹਿਣਗੇ ਸਰ ਅਸੀਂ PRP ਸੁਣਿਆ ਕਿ PRP ਕਰਾਉਣੀ ਚਾਹੀਦੀ ਹੈ ਬਾਅਦ ਦੇ ਵਿੱਚ। ਮੈਂ ਪੁੱਛਦਾ ਉਹਨਾਂ ਨੂੰ ਕਿਉਂ ਕਰਾਉਣੀ ਚਾਹੀਦੀ ਹੈ? ਉਹ ਕਹਿੰਦੇ ਕਿ ਸਾਨੇ ਸੁਣਿਆ ਕਿ ਜਿਹੜੇ ਟ੍ਰਾਂਸਪਲਾਂਟਡ ਬਾਲ ਤੁਸੀਂ ਟ੍ਰਾਂਸਪਲਾਂਟ ਕੀਤੇ ਨੇ ਉਹਨਾਂ ਦੀ ਗਰੋਥ ਵਧੀਆ ਹੁੰਦੀ ਹੈ, ਜਲਦੀ ਹੁੰਦੀ ਹੈ। ਮੈंने ਕਿਹਾ ਨਹੀਂ, PRP ਤੁਸੀਂ ਜੇ ਦੁਬਾਰਾ ਕਰਾਉਣਾ ਹੈ ਤੇ ਪੁਰਾਣੇ ਬਾਲਾਂ ਲਈ ਕਰਾਉਣਾ ਹੈ, ਟ੍ਰਾਂਸਪਲਾਂਟਡ ਬਾਲਾਂ ਲਈ ਨਹੀਂ ਕਰਾਉਣਾ ਹੈ। ਤਾਂ ਇਸ ਮਿਥ ਨੂੰ ਪਲੀਜ਼ ਸਮਝਣ ਦੀ ਕੋਸ਼ਿਸ਼ ਕਰੋ ਤੇ ਦੁਬਾਰਾ ਟ੍ਰਾਂਸਪਲਾਂਟ ਨੂੰ ਦੁਬਾਰਾ PRP ਦੀ ਕੋਈ ਲੋੜ ਨਹੀਂ ਹੈ। ਤੇ ਜੇ ਟ੍ਰਾਂਸਪਲਾਂਟ ਵਧੀਆ ਹੋਇਆ ਹੈ ਤਾਂ ਉਹਨੇ ਉਗਣਾ ਹੀ ਹੈ। ਤੇ ਜੇ ਜੇ ਤੁਹਾਡੇ ਖੁਦ ਦੇ ਬਾਲ ਅੱਛੇ ਨੇ, ਉਹਦਾ ਕੁਆਂਟੀਟੀ ਅੱਛੀ ਹੈ, ਕੁਆਲਿਟੀ ਅੱਛੀ ਹੈ, ਤਾਂ ਰਿਜ਼ਲਟ ਤੁਹਾਡਾ ਬੈਟਰ ਆਏਗਾ। ਤੁਹਾਡੇ ਬਾਲ ਪਿੱਛੇ ਵਾਲੇ ਅਗਰ ਥੋੜੇ ਜਿਹੇ ਪਤਲੇ ਨੇ, ਕੁਆਂਟੀਟੀ ਅਗਰ ਘੱਟ ਹੈ, ਤਾਂ ਥੋੜਾ ਜਿਹਾ ਰਿਜ਼ਲਟ ਹੋ ਸਕਦਾ ਹੈ ਅੱਛੇ ਬਾਲਾਂ ਵਾਲਾ ਨਾਲੋਂ ਥੋੜਾ ਜਿਹਾ ਘੱਟ ਆਵੇ। ਬਟ PRP ਦਾ ਇਹਦੇ ਵਿੱਚ ਕੋਈ ਰੋਲ ਨਹੀਂ ਹੈ। PRP ਦਾ ਥੋੜਾ ਬਹੁਤ ਰੋਲ ਹੈ ਡਿਊਰਿੰਗ ਟ੍ਰਾਂਸਪਲਾਂਟ, ਨਾਟ ਆਫਟਰ ਟ੍ਰਾਂਸਪਲਾਂਟ। ਡਾਕਟਰ ਸਾਹਿਬ, ਹੇਅਰ ਟ੍ਰਾਂਸਪਲਾਂਟ ਕਰਾਉਂਦੇ ਵਕਤ ਦਰਦ ਵੀ ਹੁੰਦਾ ਹੈ ਜਾਂ ਇਸ ਦੇ ਕੋਈ ਸਾਈਡ ਇਫੈਕਟ ਵੀ ਹੈਗੇ ਨੇ? ਟ੍ਰਾਂਸਪਲਾਂਟ ਤੋਂ ਲੋਕ ਨਹੀਂ ਘਬਰਾਉਂਦੇ। ਟ੍ਰਾਂਸਪਲਾਂਟ ਤੋਂ ਪਤਾ ਹੈ ਕਿ ਬਾਲ ਆ ਜਾਂਦੇ ਹਨ, ਚਲੋ ਠੀਕ ਹੈ, ਕਿਸੇ ਦਾ ਰਿਜ਼ਲਟ ਬਹੁਤ ਅੱਛਾ ਆ ਜਾਂਦਾ, ਕਿਸੇ ਦਾ ਠੀਕ ਆਉਂਦਾ ਹੈ, ਇਸ ਤੋਂ ਲੋਕ ਨਹੀਂ ਵਰੀ ਕਰਦੇ। ਸਭ ਤੋਂ ਜ਼ਿਆਦਾ ਟ੍ਰਾਂਸਪਲਾਂਟ ਕਰਾਉਣ ਤੋਂ ਪਰਹੇਜ਼ ਕੀ ਕਰਦੇ ਨੇ ਕਿ ਇਹਦੇ ਵਿੱਚ ਦਰਦ ਹੋਏਗਾ, ਇਹਦਾ ਕੋਈ ਸਿਰ ਤੇ ਸਾਈਡ ਇਫੈਕਟ ਹੋਏਗਾ, ਸਿਰ ਦਾ ਮਾਮਲਾ ਹੈ, ਕੋਈ ਸਿਰ ਦੇ ਵਿੱਚ ਨਾ ਕੁਝ ਹੋ ਜੇ, ਅੱਖਾਂ ਦੇ ਵਿੱਚ ਨਾ ਕੁਝ ਹੋ ਜੇ, ਪਤਾ ਨਹੀਂ। ਕਈ ਵਾਰ ਤਾਂ ਕਈ ਪੇਸ਼ੈਂਟ ਮੈਨੂੰ ਇਹ ਕਹਿੰਦੇ ਨੇ ਕਿ ਸਰ ਅਸੀਂ ਸੁਣਿਆ ਇਹਦੇ ਨਾਲ ਕੈਂਸਰ ਹੋ ਜਾਂਦਾ ਹੈ। ਤਾਂ ਬਿਲਕੁਲ ਮੈਂ ਤੁਹਾਨੂੰ ਇਹ ਕਲੀਅਰ ਕਰਨਾ ਚਾਹੁੰਦਾ ਹਾਂ, ਸਭ ਤੋਂ ਪਹਿਲੀ ਗੱਲ ਕਿ ਪੇਨ ਜਿਹੜਾ ਹੈ, ਦੇਖੋ ਇਹਦੇ ਲਈ ਸਾਨੂੰ ਟ੍ਰਾਂਸਪਲਾਂਟ ਕਰਨ ਤੋਂ ਪਹਿਲਾਂ ਥੋੜਾ ਬਹੁਤ ਉਹਨੂੰ ਸੁੰਨ ਕਰਨਾ ਪੈਂਦਾ ਹੈ। ਕਰਨ ਵੇਲੇ ਜਾਂ ਤੋਂ ਬਾਲ ਲਗਾਉਣ ਵੇਲੇ ਉਹਨੂੰ ਸੁੰਨ ਕਰਨਾ ਪਏਗਾ। ਸੁੰਨ ਕਰਨ ਲਈ ਕੋਈ ਕਰੀਮ ਨਹੀਂ ਹੁੰਦੀ, ਇਸ ਨੂੰ ਅਸੀਂ ਛੋਟੇ ਜਿਹੇ ਇੰਜੈਕਸ਼ਨ ਨਾਲ ਹੀ ਸੁੰਨ ਕਰਨਾ ਹੁੰਦਾ ਹੈ। ਬਟ ਉਹ ਪੇਨ ਜਿਹੜਾ ਹੈ ਅਸੀਂ ਬਹੁਤ ਹੱਦ ਤੱਕ ਕੰਟਰੋਲ ਕਰ ਲਿਆ ਹੈ। ਉਹ ਕਿਵੇਂ ਕੰਟਰੋਲ ਕੀਤਾ ਹੈ ਕਿ ਜਦੋਂ ਅਸੀਂ ਇੰਜੈਕਸ਼ਨ ਲਗਾਉਂਦੇ ਹਾਂ ਸੁੰਨ ਕਰਨ ਵਾਲਾ, ਉਹਨੂੰ ਅਸੀਂ ਬਿਲਕੁਲ ਬਾਰੀਕ ਨੀਡਲ ਦੇ ਨਾਲ ਸੁੰਨ ਕਰਦੇ ਹਾਂ। ਜਿਵੇਂ ਕਿ ਤੁਸੀਂ ਇਨਸੂਲਿਨ ਸਿਰਿੰਜ ਦੇਖੀ ਹੋਏਗੀ, ਉਸ ਤੋਂ ਵੀ ਬਾਰੀਕ ਨੀਡਲ ਹੁੰਦੀ ਹੈ ਜਿਹਦੇ ਨਾਲ ਅਸੀਂ ਸੁੰਨ ਕਰਦੇ ਹਾਂ। ਉਸ ਤੋਂ ਬਾਅਦ ਜਦੋਂ ਸੁੰਨ ਕਰ ਰਹੇ ਹੁੰਦੇ ਹਾਂ ਤਾਂ ਅਸੀਂ ਵਾਈਬ੍ਰੇਟਰ ਯੂਜ਼ ਕਰਦੇ ਹਾਂ, ਨਾਲ ਵਾਈਬ੍ਰੇਟਰ ਚੱਲਦਾ ਸਕਿਨ ਦੇ ਨਾਲ, ਜਿਹਦੇ ਨਾਲ ਪੇਨ ਜਿਹੜਾ ਹੈ ਥੋੜਾ ਡਿਸਟਰੀਬਿਊਟ ਹੋ ਜਾਂਦਾ ਹੈ, ਤਾਂ ਇੱਕ ਜਗ੍ਹਾ ਤੇ ਨਹੀਂ ਰਹਿੰਦਾ। ਇਸ ਲਈ ਉਹ ਪੇਨ ਦੀ ਟੈਂਡੈਂਸੀ ਪਹਿਲਾਂ ਨਾਲੋਂ ਬਹੁਤ ਹੁਣ ਅਸੀਂ ਘਟਾਤੀ ਹੈ। ਥਰਡਲੀ, ਇਹਦੇ ਵਿੱਚ ਅਸੀਂ ਥੋੜਾ ਜਿਹਾ ਅਲਕਲਾਈਨ ਮੀਡੀਆ ਐਡ ਕਰਦੇ ਹਾਂ ਸੁੰਨ ਕਰਨ ਵਾਲੇ ਇੰਜੈਕਸ਼ਨ ਦੇ ਵਿੱਚ, ਜਿਹਦੇ ਕਰਕੇ ਵੀ ਹੁਣ ਪੇਨ ਪਹਿਲਾਂ ਨਾਲੋਂ ਕਾਫੀ ਘਟ ਗਿਆ। ਲੇਕਿਨ ਦੇਖੋ, ਗੱਲ ਕਹਿਣ ਵਾਲੀ ਇਹ ਹੈ ਕਿ ਥ੍ਰੈਸ਼ਹੋਲਡ, ਕਈ ਲੋਕਾਂ ਨੂੰ ਇੰਜੈਕਸ਼ਨ ਦੇਖਣ ਨਾਲ ਹੀ ਡਰ ਲੱਗਦਾ ਤੇ ਉਹ ਚੀਕਾਂ ਮਾਰਨ ਲੱਗ ਜਾਂਦੇ ਨੇ। ਉਹ ਥੋੜਾ ਜਿਹਾ ਗਲਤ ਪ੍ਰਭਾਵ ਵੀ ਪਾਉਂਦਾ ਦੂਸਰੇ ਪੇਸ਼ੈਂਟ ਦੇ ਉੱਤੇ ਕਿ ਸਰ ਸਾਨੂੰ ਦਰਦ ਹੋਇਆ, ਬਟ ਇਹ ਸਿਰਫ ਥ੍ਰੈਸ਼ਹੋਲਡ ਹੈ। ਕਈ ਲੋਕਾਂ ਨੂੰ ਥੋੜਾ ਜਿਹਾ ਪੇਨ ਬਰਦਾਸ਼ਤ ਨਹੀਂ ਹੁੰਦਾ, ਤੇ ਕਈ ਇਹਨੂੰ ਪਤਾ ਵੀ ਨਹੀਂ ਲੱਗਦਾ। ਸੀ ਮੈਂ ਪੁੱਛਾਂਗਾ ਕਿ ਸਰ ਤੁਹਾਨੂੰ ਕੋਈ ਪੇਨ ਹੋਇਆ, ਕਹਿਣਗੇ ਸਾਨੂੰ ਪਤਾ ਹੀ ਨਹੀਂ ਚੱਲਿਆ, ਕਈ ਕਹਿਣਗੇ ਸਾਨੂੰ ਪਤਾ ਲੱਗਿਆ। ਬਟ ਇਟ ਇਜ਼ ਆਲਮੋਸਟ ਐਵਰੀਥਿੰਗ 99% ਇਜ਼ ਟੋਲਰੇਬਲ। ਸੋ ਪੇਨ ਤੋਂ ਡਰਨ ਦੀ ਲੋੜ ਨਹੀਂ ਹੈ।
ਸਿਰਫ 5 ਮਿੰਟ ਥੋੜਾ ਜਿਹਾ ਬਰਦਾਸ਼ਤ ਕਰਨਾ ਹੈ, ਉਹ ਵੀ ਬਿਲਕੁਲ ਮਾਮੂਲੀ ਜਿਹਾ। ਉਸ ਤੋਂ ਬਾਅਦ ਬਿਲਕੁਲ ਸੁੰਨ ਹੋ ਜਾਂਦਾ ਸਿਰ, ਤੇ ਟ੍ਰਾਂਸਪਲਾਂਟ ਕਰਨਾ ਬਹੁਤ ਈਜ਼ੀ ਹੋ ਜਾਂਦਾ, ਕੋਈ ਉਸ ਤੋਂ ਬਾਅਦ ਦਰਦ ਨਹੀਂ ਹੁੰਦਾ। ਇਸ ਤੋਂ ਬਾਅਦ ਆ ਗਈ ਗੱਲ ਸਾਈਡ ਇਫੈਕਟ ਦੀ। ਸਾਈਡ ਇਫੈਕਟ ਸਿਰ ਦਾ ਮਾਮਲਾ ਹੈ ਇਹਦੇ ਵਿੱਚ ਅੱਖਾਂ ਦਾ ਕੋਈ ਪ੍ਰੋਬਲਮ ਆ ਜਾਏਗੀ, ਇਸ ਨੂੰ ਕੈਂਸਰ ਦੇ ਬਿਲਕੁਲ ਡਰਨ ਦੀ ਲੋੜ ਨਹੀਂ ਹੈ, ਇਸ ਦੀ ਸਾਡੀ ਪੂਰੀ ਗਾਰੰਟੀ ਹੁੰਦੀ ਹੈ। ਕੋਈ ਇਹਦਾ ਇਸ ਤਰ੍ਹਾਂ ਦਾ ਵੱਡਾ ਸਾਈਡ ਇਫੈਕਟ ਨਹੀਂ ਹੈ। ਜਿਹੜਾ ਵੀ ਕੰਮ ਕਰਨਾ ਹੁੰਦਾ ਹੈ ਅਸੀਂ ਸਿਰ ਦੀ ਸਕਿਨ ਦੇ ਵਿੱਚ ਕਰਨਾ ਹੈ, ਅਸੀਂ ਬ੍ਰੇਨ ਦੇ ਵਿੱਚ ਨਹੀਂ ਜਾਣਾ। ਬ੍ਰੇਨ ਬਹੁਤ ਦੂਰ ਹੈ ਸਕਿਨ ਤੋਂ, ਤਾਂ ਅਸੀਂ ਬਿਲਕੁਲ ਮਾਮੂਲੀ ਜਿਹਾ ਇੰਨਾ ਕੁ ਅੰਦਰ ਜਾਣਾ ਹੁੰਦਾ ਹੈ ਜਿਹਦੇ ਵਿੱਚ ਉਹ ਬਾਲ ਲੱਗ ਜਾਂਦਾ ਹੈ। ਤੇ ਉਸ ਤੋਂ ਬਾਅਦ ਅੱਖਾਂ ਦੇ ਨਾਲ ਇਹਦਾ ਕੋਈ ਲੈਣਾ ਦੇਣਾ ਨਹੀਂ ਹੈ। ਕੈਂਸਰ ਦੇ ਤੁਹਾਡੇ ਬਾਲ ਤੁਹਾਡੇ ਹੀ ਲਗਾਉਣੇ ਆ, ਤਾਂ ਕੋਈ ਕੈਂਸਰ ਕੁੰਸਰ ਦਾ ਇਹਦਾ ਨਾਲ ਕੋਈ ਲੈਣਾ ਦੇਣਾ ਨਹੀਂ। ਛੋਟੇ ਮੋਟੇ ਸਾਈਡ ਇਫੈਕਟਸ ਦੀ ਮੈਂ ਗੱਲ ਜ਼ਰੂਰ ਕਰੂੰਗਾ, ਜਿਵੇਂ ਕਿ ਪੇਸ਼ੈਂਟਸ ਕੰਪਲੇਨ ਕਰਦੇ ਆ ਕਿ ਸਰ ਮੈਨੂੰ ਜਿੱਥੋਂ ਬਾਲ ਕੱਢੇ ਸੀ ਉੱਥੇ ਇਚਿੰਗ ਹੋ ਰਹੀ ਹੈ, ਖਾਰਿਸ਼ ਹੋ ਰਹੀ ਹੈ, ਕਿਉਂਕਿ ਵਾਸ਼ ਨਹੀਂ ਕਰਨਾ ਹੁੰਦਾ 10 ਦਿਨ ਤੱਕ ਅੱਛੀ ਤਰ੍ਹਾਂ, ਥੋੜੀ ਬਹੁਤ ਇਚਿੰਗ ਹੋ ਸਕਦੀ ਹੈ। ਜਿੱਥੋਂ ਬਾਲ ਕੱਢੇ ਸੀ ਉੱਥੇ ਥੋੜਾ ਬਹੁਤ ਐਂ ਲੱਗਦਾ ਜਿਵੇਂ ਸੂਈਆਂ ਜਿਹਾ ਵੱਜ ਰਹੀਆਂ ਹੁੰਦੀਆਂ, ਉਹ ਸੂਈਆਂ ਜਾਂ ਦਰਦ ਦਾ ਅਹਿਸਾਸ ਹੁੰਦਾ ਪੇਸ਼ੈਂਟ ਨੂੰ। ਉਹ ਇਸ ਲਈ ਹੁੰਦਾ ਹੈ ਕਿਉਂਕਿ ਸਕਿਨ ਰਿਕਵਰ ਹੋ ਰਹੀ ਹੈ, ਜਿਹੜੀਆਂ ਉਹਦੇ ਵਿੱਚ ਛੋਟੀਆਂ ਛੋਟੀਆਂ ਨਰਵਸ ਹੁੰਦੀਆਂ ਉਹ ਰਿਕਵਰ ਹੋ ਰਹੀਆਂ। ਉਹ ਰਿਕਵਰ ਹੁੰਦੀਆਂ ਤਾਂ ਥੋੜਾ ਜਿਹਾ ਕੀੜੀ ਵਰਗਾ ਜਾਂ ਸੂਈਆਂ ਵਰਗਾ ਥੋੜਾ ਜਿਹਾ ਮਹਿਸੂਸ ਹੁੰਦਾ ਹੈ, ਜਿਹਨੂੰ ਅਸੀਂ ਆਈਸ ਪੈਕ ਦੇ ਨਾਲ ਜਾਂ ਫਿਰ ਐਲੋਵੇਰਾ ਜੈਲ ਦੇ ਨਾਲ ਕੰਟਰੋਲ ਕਰ ਸਕਦੇ ਹਾਂ। ਜੇ ਇਚਿੰਗ ਹੋ ਰਹੀ ਹੈ ਤਾਂ ਉਹਨੂੰ ਅੱਛੀ ਤਰ੍ਹਾਂ ਵਾਸ਼ ਕਰੋ ਜਿੱਥੋਂ ਬਾਲ ਕੱਢੇ ਨੇ 5-6 ਦਿਨਾਂ ਬਾਅਦ, ਤੇ ਉਸ ਤੋਂ ਬਾਅਦ ਅਗਰ ਫਿਰ ਵੀ ਇਚਿੰਗ ਹੋ ਰਹੀ ਹੈ ਤਾਂ ਇੱਕ ਛੋਟੀ ਜਿਹੀ ਅਸੀਂ ਕਰੀਮ ਦਿੰਦੇ ਨਾਲ ਉਹ ਲਗਾ ਲਓ, ਜਾਂ ਫਿਰ ਲਿਵੋਸਿਟਰੀਜ਼ਿਨ ਦੀ ਗੋਲੀ ਖਾ ਸਕਦਾ, ਉਹਦੇ ਨਾਲ ਇਚਿੰਗ ਠੀਕ ਹੋ ਜਾਂਦੀ ਹੈ। ਬਾਕੀ ਇੱਕ ਪੇਸ਼ੈਂਟ ਹੋਰ ਕੰਪਲੇਂਟ ਕਰਦੇ ਨੇ ਜਿੱਥੇ ਬਾਲ ਲਗਾਏ ਸੀ ਉੱਥੇ ਸਾਨੂੰ ਸੁੰਨ ਮਹਿਸੂਸ ਹੋ ਰਿਹਾ, ਜਿੱਥੇ ਬਾਲ ਲਗਾਏ ਆ ਉੱਥੇ ਸੁੰਨ ਮਹਿਸੂਸ ਹੋ ਰਿਹਾ। ਉਹ ਸੁੰਨ ਮਹਿਸੂਸ ਕਿਉਂ ਹੁੰਦਾ ਹੈ? ਕਿਉਂਕਿ ਜਿੱਥੇ ਅਸੀਂ ਬਾਲ ਲਗਾਏ ਨੇ ਉੱਥੇ ਜਿਹੜੀ ਸਕਿਨ ਦੀਆਂ ਨਰਵਸ ਹੁੰਦੀਆਂ ਉਹ ਇੱਕ ਵਾਰ ਥੋੜ੍ਹੀ ਜਿਹੀਆਂ ਸ਼ੌਕ 'ਚ ਚਲੇ ਜਾਂਦੀਆਂ ਨੇ, ਉਹਨਾਂ ਨੂੰ ਰਿਕਵਰ ਕਰਨ ਦੇ ਵਿੱਚ ਥੋੜਾ ਟਾਈਮ ਲੱਗਦਾ ਹੈ। ਤਾਂ ਉਹ ਕਦੇ ਕਦੇ 1 ਮਹੀਨੇ ਦੇ ਵਿੱਚ ਠੀਕ ਹੋ ਜਾਂਦੀ ਹੈ, ਕਦੇ ਕਦੇ 2 ਮਹੀਨੇ ਠੀਕ ਹੋ ਜਾਂਦੀ ਹੈ, ਕਦੇ 3 ਮਹੀਨੇ 4 ਮਹੀਨੇ 'ਚ, ਤਾਂ ਹੌਲੀ ਹੌਲੀ ਠੀਕ ਹੋ ਜਾਂਦੇ। ਉਹਦੇ ਲਈ ਕੋਈ ਮੈਡੀਸਿਨ ਲੈਣ ਦੀ ਲੋੜ ਨਹੀਂ, ਉਹ ਬੋਡੀ ਉਹਨੂੰ ਆਪਣੇ ਆਪ ਰਿਕਵਰ ਕਰ ਲੈਂਦੀ ਹੈ। ਤਾਂ ਮੇਰਾ ਕਹਿਣ ਦਾ ਮਤਲਬ ਜੋ ਵੀ ਸਾਈਡ ਇਫੈਕਟ ਨੇ ਉਹ ਦੈਟ ਆਰ ਟੈਂਪਰੇਰੀ, ਉਹ ਆਪਣੇ ਆਪ ਠੀਕ ਹੋ ਜਾਂਦੇ ਨੇ, ਤੇ ਉਹਨਾਂ ਲਈ ਕੋਈ ਵਰੀ ਕਰਨ ਦੀ ਲੋੜ ਨਹੀਂ ਹੈ। ਤੇ ਮੇਜਰ ਕੋਈ ਸਾਈਡ ਇਫੈਕਟ ਨਹੀਂ ਹੈ, ਲੌਂਗ ਲਾਸਟਿੰਗ ਕੋਈ ਸਾਈਡ ਇਫੈਕਟ ਨਹੀਂ ਹੈ। ਡਾਕਟਰ ਸਾਹਿਬ, ਜ਼ਿਆਦਾਤਰ ਲੋਕਾਂ ਦਾ ਮੰਨਣਾ ਇਹ ਹੈ ਕਿ ਹੇਅਰ ਟ੍ਰਾਂਸਪਲਾਂਟ ਜਿਹੜਾ ਕੀ ਹੈ ਗਰਮੀਆਂ 'ਚ ਨਹੀਂ ਕਰਾਉਣਾ ਚਾਹੀਦਾ, ਸਰਦੀਆਂ 'ਚ ਕਰਵਾਉਣਾ ਚਾਹੀਦਾ ਹੈ, ਜਾਂ ਉਹ ਹੇਅਰ ਟ੍ਰਾਂਸਪਲਾਂਟ ਕਰਾਉਣ ਤੋਂ ਬਾਅਦ ਉਹਨਾਂ ਨੂੰ ਘਰੇ ਕੁਝ ਦਿਨ ਲਈ ਬੰਦ ਹੋ ਕੇ ਰਹਿਣਾ ਪਏਗਾ, ਉਹ ਆਪਦੇ ਕੰਮ ਤੇ ਨਹੀਂ ਜਾ ਸਕਦੇ। ਕੀ ਇਹ ਗੱਲਾਂ ਸਹੀ ਨੇ ਡਾਕਟਰ ਸਾਹਿਬ? ਤੁਸੀਂ ਬਹੁਤ ਅੱਛਾ ਕੁਐਸਚਨ ਪੁੱਛਿਆ। ਜ਼ਿਆਦਾਤਰ ਇਹ ਬਹੁਤ ਵੱਡਾ ਇੱਕ ਦਿਮਾਗ ਦੇ ਵਿੱਚ ਕੁਐਸਚਨ ਹੁੰਦਾ ਪੇਸ਼ੈਂਟਸ ਦੇ ਕਿ ਟ੍ਰਾਂਸਪਲਾਂਟ ਤੋਂ ਬਾਅਦ ਮੈਂ ਕੀ ਕੀ ਨਹੀਂ ਕਰ ਸਕੂੰਗਾ, ਕਿੰਨੇ ਦਿਨ ਮੈਨੂੰ ਰੈਸਟ ਕਰਨਾ ਪਊ, ਕਿੰਨੇ ਦਿਨ ਦੀ ਛੁੱਟੀ ਲੈਣੀ ਪਏਗੀ, ਮੇਰੇ ਹੋਰ ਕੀ ਕੀ ਮੈਨੂੰ ਪ੍ਰੋਬਲਮ ਆ ਸਕਦੀਆਂ, ਉਸ ਤੋਂ ਬਾਅਦ ਕੀ ਪੇਨ ਹੋਏਗਾ ਜਾਂ ਜੋ ਹੋਏਗਾ। ਇਸ ਕਾਰਨ ਉਹਨਾਂ ਦੇ ਕਾਫੀ ਕੁਐਸਚਨ ਹੁੰਦੇ ਮਨ ਦੇ ਵਿੱਚ। ਤਾਂ ਮੈਂ ਦੱਸਣਾ ਚਾਹੁੰਦਾ, ਬਰੀਫ ਦੇ ਵਿੱਚ ਦੱਸਣਾ ਚਾਹੂੰਗਾ ਕਿ ਟ੍ਰਾਂਸਪਲਾਂਟ ਤੋਂ ਬਾਅਦ ਕੀ ਕੀ ਕਰਨਾ ਹੈ। ਜਦੋਂ ਟ੍ਰਾਂਸਪਲਾਂਟ ਹੋ ਗਿਆ ਉਸ ਤੋਂ ਬਾਅਦ 1 ਦਿਨ ਦਾ ਤੁਸੀਂ ਘਰੇ ਰੈਸਟ ਕਰ ਸਕਦੇ ਹੋ, ਠੀਕ ਹੈ। ਉਸ ਤੋਂ ਬਾਅਦ ਸਾਰੇ ਜਿਹੜੇ ਜ਼ਖਮ ਹੁੰਦੇ ਆ ਛੋਟੇ ਛੋਟੇ, ਇਹ ਸਾਰੇ ਭਰ ਜਾਂਦੇ ਨੇ, ਤੇ ਉਸ ਤੋਂ ਬਾਅਦ ਪੇਸ਼ੈਂਟ ਜਿਹੜਾ ਹੈ ਆਪਣਾ ਛੋਟਾ ਮੋਟਾ ਕੰਮ ਕਰ ਸਕਦਾ ਹੈ, ਆਫਿਸ 'ਚ ਬੈਠ ਕੇ ਕੰਮ ਕਰ ਸਕਦਾ ਹੈ, ਬਾਹਰ ਅੰਦਰ ਜਾ ਸਕਦਾ ਹੈ। ਇਸ ਹੇਅਰ ਟ੍ਰਾਂਸਪਲਾਂਟ ਏਰੀਆ ਨੂੰ ਕਿਸੇ ਰੁਮਾਲ ਜਾਂ ਹਲਕੀ ਜਿਹੀ ਕੈਪ ਨਾਲ ਕਵਰ ਕਰਕੇ ਬਾਹਰ ਜਾ ਸਕਦਾ ਹੈ। ਦੇਰ ਇਜ਼ ਨੋ ਪ੍ਰੋਬਲਮ ਐਟ ਆਲ। ਤਾਂ 8-9 ਦਿਨ ਜਦੋਂ ਗੁਜ਼ਰ ਜਾਂਦੇ ਨੇ ਉਸ ਤੋਂ ਬਾਅਦ ਉਹ ਆਪਣੇ ਸਾਰੇ ਰੈਗੂਲਰ ਕੰਮ ਕਰ ਸਕਦਾ ਹੈ, ਆਪਣੇ ਹੈਵੀ ਵਰਕ ਕਰ ਸਕਦਾ ਹੈ, ਕੋਈ ਟਰੈਵਲਿੰਗ ਜ਼ਿਆਦਾ ਟਰੈਵਲਿੰਗ ਕਰਨੀ ਹੈ, ਸਾਰਾ ਕੁਝ ਕਰ ਸਕਦਾ ਹੈ। ਤਾਂ ਇਹਦੇ ਵਿੱਚ ਕੋਈ ਦਿੱਕਤ ਨਹੀਂ ਆਉਂਦੀ, ਹੇਅਰ ਟ੍ਰਾਂਸਪਲਾਂਟ ਕੋਈ ਖਰਾਬ ਨਹੀਂ ਹੁੰਦਾ ਉਸ ਤੋਂ ਬਾਅਦ। ਕੁਛ ਲੋਕ ਮੈਨੂੰ ਕਹਿੰਦੇ ਆ ਕਿ ਸਰ ਇਹਦੇ ਵਿੱਚ ਬੜੀ ਸਵੈਲਿੰਗ ਆ ਜਾਂਦੀ ਹੈ, ਫੇਸ ਸਾਨੂੰ ਬੜਾ ਡਰ ਲੱਗਦਾ ਹੈ, ਕਿਸੇ ਦੇ ਸਵੈਲਿੰਗ ਆ ਗਈ ਸੀ ਇਹ ਉਹ। ਤਾਂ ਸਵੈਲਿੰਗ ਤੋਂ ਕੋਈ ਡਰਨ ਦੀ ਗੱਲ ਨਹੀਂ ਹੈ। ਵੈਸੇ ਅਸੀਂ ਇਸ ਨੂੰ ਕਾਫੀ ਹੱਦ ਤੱਕ ਕੰਟਰੋਲ ਕਰ ਲਿਆ ਹੈ। ਵੱਡੇ ਕੇਸਿਸ ਦੇ ਵਿੱਚ ਥੋੜੀ ਬਹੁਤ ਸਵੈਲਿੰਗ ਆਉਂਦੀ ਹੈ, ਪਰ ਛੋਟੇ ਕੇਸਿਸ 'ਚ ਬਿਲਕੁਲ ਸਵੈਲਿੰਗ ਨਹੀਂ ਆਉਂਦੀ। ਸਵੈਲਿੰਗ ਕੋਈ ਰਿਐਕਸ਼ਨ ਨਹੀਂ ਹੈ। ਲੋਕਾਂ ਨੂੰ ਲੱਗਦਾ ਕਿ ਇਹ ਕੋਈ ਐਲਰਜੀ ਹੋ ਗਈ ਹੈ, ਟ੍ਰਾਂਸਪਲਾਂਟ ਤੋਂ ਬਾਅਦ ਸਾਡੇ ਕੋਈ ਪੇਸ਼ੈਂਟ ਦੇ ਕੋਈ ਐਲਰਜੀ ਹੋ ਗਈ, ਕਿਸੇ ਮੈਡੀਸਨ ਤੋਂ ਰਿਐਕਸ਼ਨ ਹੋ ਗਿਆ, ਉਹਨੂੰ ਦੇਖ ਕੇ ਡਰ ਜਾਂਦੇ ਨੇ। ਬਟ ਸਵੈਲਿੰਗ ਹੈ, ਇਟ ਇਜ਼ ਅ ਨੈਚੁਰਲ ਥਿੰਗ। ਇਹ ਸਵੈਲਿੰਗ ਕਿਉਂ ਆਉਂਦੀ ਹੈ? ਸਵੈਲਿੰਗ ਜਦੋਂ ਅਸੀਂ ਸੁੰਨ ਕਰਦੇ ਹਾਂ ਇੰਜੈਕਸ਼ਨ ਦੇ ਨਾਲ, ਤਾਂ ਉਹਦੇ ਵਿੱਚ ਕਾਫੀ ਮਾਤਰਾ ਨਾਲ ਨਾਰਮਲ ਸੈਲਾਈਨ, ਜਿਵੇਂ ਕਿ ਆਪਾਂ ਪੰਜਾਬੀ 'ਚ ਪਾਣੀ ਕਹਿ ਦਾਂਗੇ, ਪਾਣੀ ਦੀ ਵਰਤੋਂ ਕੀਤੀ ਜਾਂਦੀ ਹੈ। ਤਾਂ ਉਹ ਪਾਣੀ ਜਿਹੜਾ ਹੁੰਦਾ ਹੈ ਹੌਲੀ ਹੌਲੀ ਸਿਰ ਤੋਂ ਥੱਲੇ ਆਉਂਦਾ ਹੈ, ਮੱਥੇ ਤੇ ਆਉਂਦਾ ਹੈ, ਤੇ ਮੱਥੇ ਤੋਂ ਹੌਲੀ ਹੌਲੀ ਅੱਖਾਂ ਤੇ ਆ ਜਾਂਦਾ ਹੈ। ਤਾਂ ਉਸਦੇ ਕਰਕੇ ਸਵੈਲਿੰਗ ਆਉਂਦੀ ਹੈ, ਜਿਹੜੀ ਕਿ 2-3 ਦਿਨ ਬਾਅਦ ਆਉਂਦੀ ਹੈ। ਬਟ ਅਗਰ ਤੁਸੀਂ 2-3 ਦਿਨ ਥੋੜੀ ਪ੍ਰੀਕਾਸ਼ਨ ਰੱਖ ਲਓ, ਥੋੜਾ ਜਿਹਾ ਨਾ ਝੁਕੋ, ਤਾਂ ਜਿਹੜੇ ਪਾਣੀ ਹੋਏਗਾ ਬੋਡੀ ਆਪਣੇ ਆਪ ਨੂੰ ਅਬਜ਼ੌਰਬ ਕਰ ਲੇਗੀ, ਤਾਂ ਉਹ ਸਵੈਲਿੰਗ ਨਹੀਂ ਆਏਗੀ। ਅਸੀਂ ਹੁਣ ਇਹਦੇ ਵਿੱਚ ਕੀ ਚੇਂਜਸ ਲੈ ਕੇ ਆਏ ਹਾਂ? ਅਸੀਂ ਹੁਣ ਪਾਣੀ ਦੀ ਮਾਤਰਾ ਬਹੁਤ ਘੱਟ ਕਰ ਦਿੱਤੀ ਹੈ। ਅਸੀਂ ਬਹੁਤ ਘੱਟ ਪਾਣੀ ਯੂਜ਼ ਕਰਦੇ ਹਾਂ, ਸਿੱਧਾ ਲੋਕਲ ਐਨਸਥੀਸੀਆ ਹੀ ਘੱਟ ਤੋਂ ਘੱਟ ਯੂਜ਼ ਕਰਕੇ ਹੀ ਟ੍ਰਾਂਸਪਲਾਂਟ ਕਰ ਦਿੰਦੇ ਹਾਂ, ਜਿਹਦੇ ਕਰਕੇ ਹੁਣ ਸਵੈਲਿੰਗ ਨਾ ਮਾਤਰ ਹੋ ਗਈ ਹੈ। ਅਗਰ ਥੋੜੀ ਬਹੁਤ ਆਂਦੀ ਵੀ ਹੈ ਤਾਂ ਅਗਰ ਆਪਾਂ ਨਹੀਂ ਝੁਕਾਂਗੇ ਤਾਂ ਉਹ ਵੀ ਨਹੀਂ ਆਏਗੀ, ਤੇ ਥੋੜੀ ਬਹੁਤ ਫਿਰ ਵੀ ਆ ਜਾਂਦੀ ਹੈ ਤਾਂ ਕੋਲਡ ਸਪੌਂਜਿੰਗ ਵਗੈਰਾ ਕਰਕੇ ਉਹ ਠੀਕ ਹੋ ਸਕਦੀ ਹੈ। ਤਾਂ ਲੋਕ ਕਹਿੰਦੇ ਨੇ ਕਿ ਸਰ ਇਹਨੂੰ ਪਸੀਨਾ ਆ ਜਾਏਗਾ, ਮਿੱਟੀ ਪੈ ਜਾਏਗੀ, ਇਹ ਉਹ, ਤਾਂ ਸਾਨੂੰ ਕਦੋਂ ਕਿਹੜੇ ਮੌਸਮ 'ਚ ਕਰਾਉਣਾ ਚਾਹੀਦਾ? ਤਾਂ ਪਸੀਨਾ ਜਿਹੜਾ ਹੈ ਨੈਚੁਰਲ ਥੋੜਾ ਬਹੁਤ ਜਿਹੜਾ ਆਉਂਦਾ ਹੈ, ਕੋਈ ਦਿੱਕਤ ਨਹੀਂ ਹੈ ਨਾ। ਉਹ ਆ ਵੀ ਜਾਵੇ ਤਾਂ ਵੀ ਕੋਈ ਦਿੱਕਤ ਨਹੀਂ ਹੈ। ਬਸ ਕੋਈ ਜਿਮ ਵਗੈਰਾ ਦਾ ਜਾਂ ਹੈਵੀ ਵਰਕ ਉਹ ਤੁਸੀਂ 10 ਦਿਨ ਤੱਕ ਨਾ ਕਰੋ।
ਗਰਮੀਆਂ ਸਰਦੀਆਂ ਦਾ ਟ੍ਰਾਂਸਪਲਾਂਟ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਤੁਸੀਂ ਗਰਮੀਆਂ 'ਚ ਵੀ ਟ੍ਰਾਂਸਪਲਾਂਟ ਕਰਾ ਸਕਦੇ ਹੋ, ਬਰਸਾਤਾਂ 'ਚ ਵੀ ਟ੍ਰਾਂਸਪਲਾਂਟ ਕਰਾ ਸਕਦੇ ਹੋ, ਸਰਦੀਆਂ 'ਚ ਵੀ ਟ੍ਰਾਂਸਪਲਾਂਟ ਕਰਾ ਸਕਦੇ ਹੋ। ਟ੍ਰਾਂਸਪਲਾਂਟ ਜੇ ਇੱਕ ਵਾਰ ਓਟੀ ਆਪਰੇਸ਼ਨ ਥੀਏਟਰ ਦੇ ਵਿੱਚ ਵਧੀਆ ਹੋ ਗਿਆ, ਸਹੀ ਟੈਂਪਰੇਚਰ ਦੇ ਵਿੱਚ ਹੋ ਗਿਆ, ਉਸ ਤੋਂ ਬਾਅਦ ਬਾਹਰ ਆ ਕੇ ਉਹਦਾ এনवायरमेंट ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਉਹਦਾ ਰੀਜ਼ਨ ਕੀ ਹੈ ਕਿ ਟ੍ਰਾਂਸਪਲਾਂਟ ਤੋਂ ਬਾਅਦ ਛੋਟੇ ਛੋਟੇ ਸਕੈਬ ਬਣ ਜਾਂਦੇ ਹਨ ਬਾਲਾਂ ਦੇ ਉੱਤੇ, ਜਿਹੜੇ ਕਿ ਨੈਚੁਰਲ ਡਰੈਸਿੰਗ ਹੈ। ਉਹਦੇ ਵਿੱਚ ਨਾ ਹੁਣ ਉਹ ਮਿੱਟੀ ਕ੍ਰਾਸ ਕਰ ਸਕਦੀ ਹੈ, ਨਾ ਹੀ ਪਸੀਨਾ ਕ੍ਰਾਸ ਕਰ ਸਕਦਾ ਹੈ। ਤੁਸੀਂ ਅਗਰ ਅੰਦਰ ਬਾਹਰ ਜਾਓਗੇ ਵੀ ਤਾਂ ਟ੍ਰਾਂਸਪਲਾਂਟ ਨਹੀਂ ਖਰਾਬ ਹੋਏਗਾ, ਅਗਰ ਇਹ ਟ੍ਰਾਂਸਪਲਾਂਟ ਓਟੀ ਦੇ ਵਿੱਚ ਠੀਕ ਹੋਇਆ ਤਾਂ। ਇਹ ਛੋਟੀਆਂ ਮੋਟੀਆਂ ਚੀਜ਼ਾਂ ਤੋਂ ਲੋਕ ਡਰਦੇ ਹਨ। ਮੈਂ ਇਹੀ ਕਹਿਣਾ ਚਾਹੁੰਦਾ ਕਿ 3-4 ਦਿਨ ਦੇ ਬਾਅਦ ਪੇਸ਼ੈਂਟ ਆਪਣੇ ਕੰਮ ਤੇ ਜਾ ਸਕਦਾ ਹੈ। ਜੀ ਡਾਕਟਰ ਸਾਹਿਬ, ਮੈਨੂੰ ਲੱਗ ਰਿਹਾ ਕਾਫੀ ਲੋਕ ਘਬਰਾ ਰਹੇ ਸੀਗੇ, ਡਰ ਰਹੇ ਸੀਗੇ, ਉਹਨਾਂ ਦੇ ਮਨਾਂ ਦੇ ਵਿੱਚ ਬਹੁਤ ਸਾਰੇ ਸਵਾਲ ਸੀ। ਅੱਜ ਦੀ ਜਾਣਕਾਰੀ ਦੇ ਨਾਲ ਉਹਨਾਂ ਦੇ ਸਾਰੇ ਜਿਹੜੇ ਸਵਾਲ ਹੈ ਉਹ ਕਲੀਅਰ ਹੋ ਚੁੱਕੇ ਹੋਣਗੇ। ਔਰ ਮੈਂ ਗੁਜ਼ਾਰਿਸ਼ ਕਰਨਾ ਚਾਹਾਂਗਾ, ਜਿਹੜੇ ਵੀ ਲੋਕ ਤੁਸੀਂ ਡਰ ਰਹੇ ਹੋ, ਘਬਰਾ ਕੇ ਘਰੇ ਬੈਠੇ ਹੋ, ਘਬਰਾਉਣ ਦੀ ਬਿਲਕੁਲ ਵੀ ਲੋੜ ਨਹੀਂ ਹੈ। ਤੁਸੀਂ ਇੱਕ ਵਾਰੀ ਆਓ, ਡਾਕਟਰ ਸਾਹਿਬ ਨੂੰ ਮਿਲੋ, ਔਰ ਜਿਹੜੀ ਸਾਰੀ ਪ੍ਰੋਬਲਮਸ ਹੈ ਤੁਹਾਡੀਆਂ ਦੂਰ ਹੋ ਜਾਣਗੀਆਂ। ਔਰ ਤੁਸੀਂ ਜਿਹੜੀ ਕਿ ਪਰਸਨੈਲਿਟੀ ਜਿਹੜੀ ਕਿ ਵਾਲ ਝੜਨ ਕਰਕੇ ਤੁਹਾਡੀ ਘਟ ਗਈ, ਉਹ ਪਰਸਨੈਲਿਟੀ ਵਾਪਸ ਆ ਜਾਏਗੀ, ਔਰ ਤੁਹਾਡਾ ਕੌਨਫੀਡੈਂਸ ਲੈਵਲ ਜਿਹੜਾ ਕਿ ਉਹ ਡਬਲ ਹੋ ਜਾਏਗਾ। ਤਾਂ ਮੈਨੂੰ ਲੱਗਦਾ ਹੈ ਅੱਜ ਦੀ ਜਾਣਕਾਰੀ ਜਿਹੜੀ ਕਿ ਤੁਹਾਡੇ ਜ਼ਰੂਰ ਕੰਮ ਆਏਗੀ। ਅਗਰ ਸਾਡੀ ਅੱਜ ਦੀ ਜਾਣਕਾਰੀ ਤੁਹਾਨੂੰ ਚੰਗੀ ਲੱਗੇ ਤਾਂ ਜਾਂ ਤੁਹਾਡੇ ਨੇੜੇ ਜਾਂ ਤੁਹਾਡੇ ਕੋਈ ਦੋਸਤ ਮਿੱਤਰ ਰਿਸ਼ਤੇਦਾਰ ਨੂੰ ਵੀ ਵਾਲ ਝੜਨ ਦੀ ਕੋਈ ਪ੍ਰੋਬਲਮ ਹੈ ਤਾਂ ਸਾਡੀ ਵੀਡੀਓ ਉਹਨਾਂ ਤੱਕ ਜ਼ਰੂਰ ਪਹੁੰਚਾਓ। ਐਸੇ ਦੇ ਨਾਲ ਹੀ ਵਿਦਾ ਦਿਓ ਆਪਣੇ ਦੋਸਤ ਐਂਕਰ ਦੇਵ ਨੂੰ। ਥੈਂਕ ਯੂ ਵੈਰੀ ਮਚ ਐਂਡ ਜੈ ਹਿੰਦ।